ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਇੱਕ ਤਾਂ ਵੈਲਕਮ ਬੈਕ। ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਅੱਜ ਤੁਸੀਂ ਸਟਾਰਟ ਕਰੋ। ਅੱਜ ਪਹਿਲੀ ਨਿਊਜ਼ ਤੁਸੀਂ ਲਵੋ ਕਿ ਪੰਜਾਬ ਦੇ ਅੰਦਰ ਕੀ ਹੋ ਰਿਹਾ, ਕੁਝ ਨਵਾਂ। ਮੈਂ ਵੈਸੇ ਤਾਂ ਚਲੋ ਮੈਂ ਪਹਿਲਾਂ ਹੀ ਕਹਿਣਾ ਹੁੰਦਾ ਕਿ ਕੜੀਆਂ ਹੁੰਦੀਆਂ, ਨਵਾਂ ਕੁਝ ਨਹੀਂ ਹੁੰਦਾ, ਕਿਉਂਕਿ ਜਦੋਂ ਇੱਕ ਚੀਜ਼ ਜਿਹੜੀ ਹੈ ਇੱਦਾਂ ਹੁੰਦਾ ਕਿ ਮੀਡੀਆ ਦੇ ਵਿੱਚ ਨਾ ਅਨਸਰਟਨ ਕੁਝ ਵਾਪਰ ਜਾਵੇ ਤਾਂ ਅਸੀਂ ਉਹਨੂੰ ਕਹਿੰਦੇ ਨਵਾਂ ਵਾਪਰਿਆ। ਜਦੋਂ ਸਾਨੂੰ ਪਤਾ ਹੁੰਦਾ ਕਿ ਚੀਜ਼ ਹੋਣੀ ਹੈ ਤੇ ਉਹਨੂੰ ਫਿਰ ਅਸੀਂ ਨਵਾਂ ਨਹੀਂ ਕਹਿੰਦੇ, ਵੱਡੀ ਚੀਜ਼ ਕਹਿ ਸਕਦੇ ਹਾਂ। ਡਿਵੈਲਪਮੈਂਟਸ ਜਾਂ ਵੱਡੀ ਚੀਜ਼ ਹੋਈ ਆ, ਵੱਡੀ ਇਹ ਚੀਜ਼ ਹੋਈ ਆ। ਕੱਲ ਲੁਧਿਆਣਾ ਸ਼ਾਮੀ ਵਿਜੀਲੈਂਸ ਵਾਲਿਆਂ ਨੇ ਛਾਪਾ ਮਾਰਤਾ। ਛਾਪਾ ਵੀ ਉਹਦੇ ਘਰੇ ਮਾਰਿਆ ਜਿਹੜੇ ਸਾਬਕਾ ਮੰਤਰੀ ਰਹਿ ਚੁੱਕੇ ਨੇ, ਸਾਬਕਾ ਕੈਬਨਿਟ ਮੰਤਰੀ ਮੈਂ ਕਹਾਂ ਸਰਕਾਰ ਦੇ ਵਿੱਚ ਸੀਗੇ। ਜੇ ਮੈਂ ਕਲੂ ਦੇਵਾਂ, ਵੈਸੇ ਤਾਂ ਹੁਣ ਮੈਨੂੰ ਲੱਗਦਾ ਕਲੂ ਦੀ ਕੋਈ ਲੋੜ ਨਹੀਂ ਗੀ। ਦਾੜੀ ਬੜੀ ਸਵਾਰ ਕੇ ਰੱਖਦੇ ਸੀਗੇ ਉਹ, ਇੱਦਾਂ ਲੱਗਦਾ ਕਿ ਜਦੋਂ ਤੁਸੀਂ ਉਹਨੂੰ ਸ਼ਕਲ ਤੋਂ ਦੇਖਦੇ ਹੋ ਉਹਨਾਂ ਨੂੰ ਤੇ ਬੜੇ ਸੰਤ ਚੋਲਾ ਜਿਹੜੇ ਇਨਸਾਨ ਹੁੰਦੇ ਨੇ, ਮੈਨੂੰ ਕਈ ਵਾਰ ਉਹ ਲੱਗਦਾ ਹੁੰਦਾ। ਮੈਂ ਕਈ ਵਾਰ ਕਿਸੇ ਨੂੰ ਪੁੱਛਦਾ ਬੰਦਾ ਸੀ ਵੀ ਇਹ ਐਂ ਕਿਉਂ, ਕਹਿੰਦੇ ਵੀ ਕਿਸੇ ਨੂੰ ਲੁੱਕ ਦਾ ਨਾ ਆਪਣੇ ਦਾ ਵੱਖਰਾ ਸਟਾਈਲ ਕਰਨ ਦਾ ਕੈਰੀ ਨਾ ਬੜਾ ਸ਼ੌਂਕ ਹੁੰਦਾ। ਕੱਲ੍ਹ ਵੀ ਉਹ ਸਲੂਨ ਦੇ ਵਿੱਚ ਸੀ ਜਦੋਂ ਛਾਪਾ ਪਿਆ, ਆਪਣਾ ਕਰ ਰਹੇ ਸੀ। ਮੈਂ ਗੱਲ ਕਰ ਰਿਹਾ ਆਸ਼ੂਤੋਸ਼ ਹੁਣਾਂ ਦੀ। ਆਸ਼ੂਤੋਸ਼ ਹੁਣੀ ਜਿਹੜੇ ਨੇ ਪੰਜਾਬ ਕੈਬਨਿਟ ਦੇ ਵਿੱਚ ਫੂਡ ਮੰਤਰੀ ਜਿਹੜੇ ਨੇ ਉਹ ਰਹਿ ਚੁੱਕੇ ਨੇ, ਔਰ ਕਹਿੰਦੇ ਨੇ ਜਿਹੜੇ ਆਟਾ ਦਾਲ ਸਕੀਮ ਜਿਹੜੀ ਆਪਾਂ ਨੂੰ ਜਾਂਦੀ ਆਉਂਦੀ ਹੈ ਨਾ, ਕਹਿੰਦੇ ਜੀ ਉਹਦੇ 'ਚ 2000 ਕਰੋੜ ਰੁਪਏ ਦਾ ਘਾਟਾ ਹੈ। ਹੁਣ ਆਮ ਬੰਦੇ ਨੂੰ ਤਾਂ 2000 ਕਰੋੜ ਰੁਪਏ ਦਾ ਪਤਾ ਹੀ ਨਹੀਂ ਹੋਣਾ ਵੀ ਹੁੰਦੇ ਕਿੰਨੇ ਆ, ਹੈ ਨਾ। ਕਈਆਂ ਦੀ ਤਾਂ ਮੈਂ ਕਹਿਣਾ ਵੀ ਕਰੋੜ ਵੀ ਨਹੀਂ ਹੁੰਦੀ ਸਾਲ ਦੀ ਇਨਕਮ। ਕਰੋੜ ਮਤਲਬ ਮਸਾਂ ਹੀ ਕਹਿ ਲਓ ਕਿ ਜਦੋਂ ਹੁਣ ਕਹਿੰਦੇ ਹੁੰਦੇ ਨਾ ਵੀ ਆ ਜਿਹੜੇ ਅਸੀਂ ਭਰਦੇ ਹਾਂ ਫਾਰਮ ਜਿਹੜੇ ਜਦੋਂ ਤੁਸੀਂ ਸ਼ਗਨ ਸਕੀਮ ਕਹਿੰਦੇ ਆ, ਸ਼ਗਨ ਸਕੀਮ ਦੇ ਫਾਰਮ ਭਰ ਲਓ, ਨਿਆਣੇ ਨੇ ਸਕਾਲਰਸ਼ਿਪ ਲੈਣੀ ਉਹਦਾ ਫਾਰਮ ਭਰ ਲਓ, ਉਹ ਉਹਦੇ ਵਿੱਚ ਤਾਂ ਲਿਖਦੇ ਆ ਜੀ ਮਾਪਿਆਂ ਦੀ ਇਨਕਮ ਹੋਣੀ ਚਾਹੀਦੀ 40-45 ਹਜ਼ਾਰ ਰੁਪਈਆ। ਵੀ ਕਿੱਦਾਂ ਹੋ ਜੂ 40-45 ਹਜ਼ਾਰ ਰੁਪਈਆ? ਜੇ ਕੋਈ 3000 ਕਮਾਵੇ, 4000 ਕਮਾਵੇ, ਉਹ ਵਿਚਾਰਾ ਕੀ ਕਰੇ? ਸਿਲੰਡਰ ਭਰਾਵੇ, ਕਿਉਂਕਿ 1100 ਨੂੰ ਤਾਂ ਸਿਲੰਡਰ ਆ, ਤੇਲ ਇੰਨਾ ਮਹਿੰਗਾ ਆ, ਉਹਦਾ ਤਾਂ ਸਰਨਾ ਹੀ ਨਹੀਂ ਆ। ਕਮ ਸੇ ਕਮ ਦੋਵੇਂ ਤੀਵੀਂ ਆਦਮੀ ਅੱਜ ਕੱਲ੍ਹ ਜ਼ਮਾਨਾ ਹੋ ਗਿਆ ਅਮਰੀਕਾ ਕੈਨੇਡਾ ਵਾਲਾ। ਮੈਂ ਸੋਚਦਾ ਹੁੰਦਾ ਸੀਗਾ ਵੀ ਉਦੋਂ ਉੱਥੇ ਹੁੰਦਾ ਨਾ ਕਿ ਸਾਰਾ ਟੱਬਰ ਕੰਮ ਕਰਦਾ ਤੇ ਫਿਰ ਜਾ ਕੇ ਸਰਦਾ, ਕਿਉਂਕਿ ਉੱਥੇ ਟੈਕਸ ਬਹੁਤ ਨੇ, ਉੱਥੇ ਮਹਿੰਗਾਈ ਬਹੁਤ ਨੇ, ਪਰ ਚਲੋ ਉਹ ਪੇ ਬੈਕ ਵੀ ਬਹੁਤ ਕਰਦੇ ਨੇ ਜੀ, ਹੈ ਨਾ। ਪਰ ਇੱਥੇ ਸਾਡਾ ਕੋਈ ਸਿਸਟਮ ਹੋਰ ਹੋ ਗਿਆ, ਕਿਉਂਕਿ ਮਹਿੰਗਾਈ ਬਹੁਤ ਹੋ ਗਈ, ਲੱਕ ਤੋੜ ਦਿੱਤਾ ਮਹਿੰਗਾਈ ਨੇ। ਸੋ ਸਾਰਿਆਂ ਨੂੰ ਘਰੋਂ ਬਾਹਰ ਨਿਕਲਣਾ ਪੈ ਗਿਆ, ਕੰਮ ਕਰਨਾ ਸ਼ੁਰੂ ਕਰ ਦਿੱਤਾ। ਚਲੋ ਫਿਲਹਾਲ ਬੈਕ ਟੂ ਦਾ ਟੌਪਿਕ ਆਉਂਦੇ ਹਾਂ। ਮੈਂ ਆਸ਼ੂਤੋਸ਼ ਉਹਨਾਂ ਦੀ ਗੱਲ ਕਰੂੰਗਾ। ਕੱਲ੍ਹ ਡਰਾਮਾ ਬੜਾ ਹਾਈ ਵੋਲਟੇਜ ਹੋਇਆ ਜੀ। ਉਸੇ ਸਲੂਨ ਦੇ ਵਿੱਚ ਰਵਨੀਤ ਬਿੱਟੂ ਪਹੁੰਚ ਗਏ। ਲੁਧਿਆਣਾ ਤੋਂ MP ਨੇ ਰਵਨੀਤ ਬਿੱਟੂ, ਕਾਂਗਰਸੀ ਨੇ, ਤੇ ਉਹਨਾਂ ਦਾ ਹਰ ਵਾਲਾ ਇੱਕ ਹੀ ਲਾਭ ਹੁੰਦਾ ਕਿ ਕਾਂਗਰਸ ਨੂੰ ਟਾਰਗੇਟ ਕੀਤਾ ਜਾ ਰਿਹਾ, ਕਾਂਗਰਸ ਨੂੰ ਟਾਰਗੇਟ ਕੀਤਾ ਜਾ ਰਿਹਾ। ਹਾਲਾਂਕਿ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਉੱਤੇ ਹੁਣ ਪਰਚਾ ਦਰਜ ਕਰ ਲਿਆ। ਕਹਿੰਦੇ ਸਰਕਾਰੀ ਜਿਹੜਾ ਕੰਮ ਹੈ ਉਹਦੇ 'ਚ ਖਲਲ ਪਾਉਣ ਦੇ ਖਿਲਾਫ ਜਿਹੜਾ ਆ, ਖਲਲ ਪਾਉਣ ਦੇ ਲਈ ਜਿਹੜਾ ਉਹਨਾਂ ਦੇ ਖਿਲਾਫ ਹੋ ਗਿਆ। ਪਰ ਸੰਜੀਵ ਜੀ, ਗੱਲ ਵੇਖਣ ਵਾਲੀ ਇਹ ਆ ਕਿ ਜਦੋਂ ਤੁਹਾਨੂੰ ਲੱਗਦਾ ਨਿਰਦੋਸ਼ ਆ, ਤਾਂ ਫਿਰ ਤੁਸੀਂ ਲੋਕ ਸਾਡੀ ਨਿਆਂ ਪ੍ਰਣਾਲੀ ਦੇ ਉੱਤੇ ਕਾਇਮ ਹੋ। ਪਿਛਲੇ ਸਾਲ ਤੁਸੀਂ ਸੀਗੇ, ਪਿਛਲੀ ਵਾਰੀ 5 ਸਾਲ ਤੁਸੀਂ ਗਵਾਏ, ਜਾਂ ਜ਼ਿਆਦਾ ਦੇਰ ਨਾਲ ਚੱਲੀਏ ਪੰਜਾਬ ਦੀ ਗਵਰਨਮੈਂਟ ਨੂੰ। ਤੁਸੀਂ ਕਹਿੰਦੇ ਆ ਜੀ ਇਹ ਹੋਆ ਬਦਲਾਖੋਰੀ ਦੀ ਨੀਤੀ ਆ। ਜੇ ਬਦਲਾਖੋਰੀ ਦੀ ਨੀਤੀ ਆ ਤਾਂ ਫਿਰ ਨਿਆਂ ਪ੍ਰਣਾਲੀ ਹੈਗੀ ਆ, ਮਿਲ ਜੂਗਾ ਇਲਾਜ। ਤੁਹਾਨੂੰ ਹੀ ਨਹੀਂ ਯਕੀਨ ਜਿਹੜਾ ਪ੍ਰਣਾਲੀ ਤੁਸੀਂ 75 ਸਾਲ 70 ਸਾਲ ਸਾਡੇ 'ਤੇ ਥੋਪ ਰੱਖੀ ਆ, ਤੁਸੀਂ ਕਿਸੇ ਨੂੰ ਕੀ ਕਹਿ ਲਓਗੇ? ਫਿਲਹਾਲ ਇਹ ਬਹੁਤ ਵੱਡਾ ਘਾਟਾ ਇਹਦੇ ਵਿੱਚ ਘੁਟਾਲਾ ਆ, ਕਿਉਂਕਿ ਅੱਜ ਉਹਨਾਂ ਨੂੰ ਮੈਜਿਸਟ੍ਰੇਟ ਜਿਹੜਾ ਸੀਗਾ, ਕਿਉਂਕਿ ਰਾਤੀ ਉਹਨਾਂ ਦਾ ਦੇਰ ਰਾਤ 12 ਵਜੇ ਤੋਂ ਪਹਿਲਾਂ, ਕਿਉਂਕਿ ਇੱਦਾਂ ਹੁੰਦਾ ਨਾ ਕਿ ਤੁਸੀਂ 24 ਘੰਟੇ ਦੇ ਜਾਂ 12 ਘੰਟੇ ਦੇ ਅੰਦਰ ਸਸਪੈਕਟ ਦਾ ਜਿਹੜਾ ਆ ਉਹਦਾ ਮੈਡੀਕਲ ਕਰਾਉਣਾ ਹੁੰਦਾ। ਤੇ ਉਹ ਮੈਡੀਕਲ ਕਰਾਉਣ ਤੋਂ ਬਾਅਦ ਉਹਨਾਂ ਨੇ ਅੱਜ ਉਹਨਾਂ ਨੂੰ ਸਵੇਰੇ ਲੁਧਿਆਣਾ ਮੈਜਿਸਟ੍ਰੇਟ ਦੇ ਸਾਹਮਣੇ ਕੀਤਾ ਸੀਗਾ। ਫਿਲਹਾਲ ਅਜੇ ਤੱਕ ਪਤਾ ਨਹੀਂ ਚੱਲਾ ਕਿ ਉਹਨਾਂ ਨੂੰ ਰਿਮਾਂਡ ਕਿੰਨੇ ਦਿਨਾਂ ਦਾ ਆਇਆ, ਕਿਉਂਕਿ ਜਦ ਤੱਕ ਮੈਨੂੰ ਲੱਗਦਾ ਆਪਾਂ ਗੱਲਾਂ ਕਰ ਰਹੇ ਹਾਂ, ਹਾਲੇ ਉਹਨਾਂ ਦੀ ਪੇਸ਼ੀ ਹੋ ਰਹੀ ਹੈ। ਸੋ ਰਿਮਾਂਡ ਪੋਸੀਬਲ ਇਹ ਹੈ ਕਿ ਰਿਮਾਂਡ ਮਿਲ ਜਾਏ, ਕਿਉਂਕਿ 2000 ਕਰੋੜ ਦਾ ਘਟਾਲਾ ਬਹੁਤ ਵੱਡਾ ਘਟਾਲਾ ਆ। ਇਹ ਪੰਜਾਬ ਦੇ ਖਜ਼ਾਨੇ ਜਿਹੜੇ ਸੀ ਕਹਿੰਦੇ ਸੀ ਹੈ ਨਹੀਂ ਗੇ, ਉਹਨਾਂ ਖਜ਼ਾਨਿਆਂ ਦੇ ਵਿੱਚ ਸ਼ਾਇਦ ਇਹ ਸ਼ੇਦ ਲਾ ਕੇ ਆਪਣੀਆਂ ਕਰੋੜਾਂ ਦੀਆਂ ਕੋਠੀਆਂ, ਕਰੋੜਾਂ ਦੇ ਬੰਗਲੇ, ਆਪਦੇ ਨਿਆਣੇ ਬਾਹਰ ਸੈੱਟ ਕਰਨੇ, ਉਹ ਸਭ ਕੁਝ ਹੋ ਹੀ ਜਾਣ ਡਿਆ। ਦੇਖੋ, FBI ਨੇ ਵੀ ਰੇਡ ਕੀਤਾ ਟਰੰਪ ਸਾਹਿਬ ਦੇ ਉੱਤੇ, ਜੋ ਸਾਬਕਾ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ। ਸਿਸੋਦੀਆ ਜੀ ਦੇ ਉੱਤੇ ਵੀ ਰੇਡਸ ਹੋਏ ਨੇ ਜੀ। ਸਿਸੋਦੀਆ ਜਿਹੜੇ ਆਪਾਂ ਕਹਿੰਦੇ ਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਤੇ ਲੁੱਕ ਆਊਟ ਨੋਟਿਸ ਵੀ ਉਹਨਾਂ ਦੀ ਪਾਰਟੀ ਦੇ ਕਈ ਲੋਕਾਂ ਦੇ ਖਿਲਾਫ ਹੋਏ ਨੇ। ਖੈਰ, ਇਹਨਾਂ ਦੇ ਖਿਲਾਫ ਜਿਹੜਾ ਸੀ ਉਹ ਵਾਪਸ ਲੈ ਲਿੱਤਾ ਗਿਆ। ਉਹ ਕਹਿੰਦੇ ਦੱਸੋ ਹੁਣ ਮੇਰਾ ਕੀ ਕਰਨਾ ਹੈ? ਹਜੇ ਤੱਕ ਕੋਈ ਜਵਾਬ ਨਹੀਂ, ਕਿਉਂਕਿ ਕੋਈ ਗੱਲ ਬਾਹਰ ਨਹੀਂ ਆਈ। ਰੇਡਸ ਫੈਸ਼ਨ ਹੈ ਅੱਜ ਕੱਲ੍ਹ, ਜਿਵੇਂ ਇੱਦਾਂ ਲੱਗਦਾ ਇੰਡੀਆ ਦੇ ਅੰਦਰ ਹਰ ਦਿਨ ਹਰ ਰੋਜ਼ ਰੇਡਸ ਹੋ ਰਹੇ ਨੇ। ਇੱਕ ਨਾ ਪੁਰਾਣਾ ਮਜ਼ਾਕ ਹੈ ਕਿ ਕਿਸੇ ਨੇ ਪੁੱਛਿਆ ਆਪਣੇ ਦੋਸਤ ਨੂੰ, ਯਾਰ ਮੈਂ ਚਾਹੁੰਦਾ ਕਿ ਮੇਰੇ ਬੱਚੇ ਦਾ ਵਿਆਹ ਨਾ ਵੱਡੇ ਘਰ 'ਚ ਹੋਵੇ, ਅਮੀਰ ਘਰ 'ਚ ਹੋਵੇ, ਪਰ ਮੈਂ ਉਹਨਾਂ ਹੈ ਨਹੀਂ ਹੈਸੀਅਤ ਵਾਲਾ, ਤੇ ਮੈਂ ਕਿੱਦਾਂ ਕਰਾਂ? ਉਹ ਕਹਿੰਦਾ ਤੇਰੀ ਕੋਈ ਜਾਣ ਪਛਾਣ ਹੈਗੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਅੰਦਰ? ਕਹਿੰਦਾ ਕਿਉਂ? ਕਹਿੰਦਾ ਆਪਣੇ ਘਰ ਰੇਡ ਕਰਵਾ ਲਾ ਇਨਕਮ ਟੈਕਸ ਦਾ,
ਤੇ ਲੋਕਾਂ ਦੇ ਕੋਲ ਨਿਊਜ਼ ਪਹੁੰਚੇਗੀ ਕਿ ਫਲਾਣੇ ਬੰਦੇ ਦੇ ਘਰ ਇਨਕਮ ਟੈਕਸ ਦਾ ਰੇਡ ਹੋ ਗਿਆ, ਤੇ ਉਹ ਫਿਰ ਤੂੰ ਪਪੂਲਰ ਹੋ ਜਾਏਗਾ, ਅਖਬਾਰਾਂ 'ਚ ਨਿਊਜ਼ ਆਏਗੀ, ਲੋਕੀ ਕਹਿਣਗੇ ਬੜਾ ਅਮੀਰ ਆਦਮੀ ਹੈ ਤਾਂ ਹੀ ਇਨਕਮ ਟੈਕਸ ਦਾ ਰੇਡ ਹੋਇਆ, ਨਹੀਂ ਤਾਂ ਕਿਉਂ ਹੋਏਗਾ ਜੀ। ਤਾਂ ਇਸ ਤਰ੍ਹਾਂ ਤੇਰੇ ਬੱਚਿਆਂ ਦਾ ਚੰਗੇ ਘਰ 'ਚ ਵਿਆਹ ਹੋ ਸਕਦਾ, ਅਮੀਰ ਘਰਾਂ ਜਿਵੇਂ ਤੂੰ ਚਾਹੁੰਦਾ। ਖੈਰ ਇਹ ਮਜ਼ਾਕ ਦੀ ਗੱਲ ਹੈ, ਪਰ ਅੱਜ ਕੱਲ੍ਹ ਵੀ ਲੱਗਦਾ ਜਿਵੇਂ ਮਜ਼ਾਕ ਹੀ ਚੱਲਦਾ ਪਿਆ। ਚੌਥੇ ਦਿਨ ਕੋਈ ਨਾ ਕੋਈ ਏਜੰਸੀ ਕਿਤੇ ਪਹੁੰਚੀ ਹੁੰਦੀ ਹੈ। ਦੇਖੋ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਕੋਈ ਲੂਪਹੋਲ ਜ਼ਰੂਰ ਹੁੰਦਾ, ਕਿਤੇ ਨਾ ਕਿਤੇ ਕੋਈ ਉਹਨਾਂ ਨੂੰ ਸੁਰਾਗ ਜ਼ਰੂਰ ਮਿਲਦਾ ਜਿਸ ਦੇ ਤਹਿਤ ਉਹ ਕਰਦੇ ਨੇ, ਆ ਕੇ ਰੇਡ ਕਰਦੇ ਨੇ। ਕੋਈ ਡਰਾਮੇਬਾਜ਼ੀ ਉਹ ਵੀ ਨਹੀਂ ਹੁੰਦੀ। ਪਰ ਦੂਜੀ ਗੱਲ ਇਹ ਹੈ ਕਿ ਜਿੱਦਾਂ ਮਾਹਿਰ ਇਹ ਮੰਨਦੇ ਨੇ ਕਿ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਜਾਂ ਪੋਲੀਟੀਕਲ ਮੋਟਿਵਸ ਵਾਸਤੇ, ਦੂਜੀ ਗੱਲ ਇਹ ਵੀ ਆਉਂਦੀ ਹੈ। ਸੋ ਇਹਦੇ 'ਚ ਉਹ ਕਿੰਨੀ ਕੁ ਸੱਚਾਈ ਆ, ਕਿੰਨਾ ਕੁ ਝੂਠ ਹੈ ਜਾਂ ਕਿੰਨਾ ਕੁ ਮਿਲਗੋਬ ਹੈ, ਇਹ ਤਾਂ ਵਿਸ਼ਾ ਹੈਗਾ ਕਿ ਰਿਸਰਚ ਦਾ, ਖੋਜ ਦਾ, ਕਿ ਬਾਹਰ ਕੀ ਨਿਕਲਦੀ ਹੈ ਤਹਿਕੀਕਾਤ ਤੋਂ ਬਾਅਦ ਸੱਚਾਈ। ਗੱਲ ਇਹ ਹੈ ਕਿ ਇਹ ਰੇਡਸ ਹੁੰਦੇ ਨੇ, ਹਰ ਥਾਂ 'ਤੇ ਰੇਡਸ ਹੁੰਦੇ ਨੇ, ਉਸ ਤੋਂ ਬਾਅਦ ਹੋਇਆ ਕੀ, ਉਹ ਕਿਹੜੇ ਸਿਰੇ ਪਹੁੰਚੀ, ਉਹਦੇ 'ਚੋਂ ਨਿਕਲਿਆ ਕੀ, ਇਹ ਕਿਤੇ ਨਹੀਂ ਛਾਇਆ ਹੁੰਦਾ। ਹਫਤਾ 10 ਦਿਨ ਨਿਊਜ਼ ਬਣੀ ਰਹੇਗੀ ਕਿ ਇਹ ਰੇਡ ਹੋਇਆ, ਉਸ ਤੋਂ ਬਾਅਦ ਇਹ ਹੋਇਆ, ਉਸ ਤੋਂ ਬਾਅਦ ਇਹ ਹੋਇਆ, ਪਰ ਉਹਦਾ ਬਣਿਆ ਕੀ, ਉਹਦੀ ਰਿਸਰਚ ਕੀ ਹੋਈ, ਉਸ ਰੇਡ ਦੇ ਬਾਅਦ ਕੀ ਮਿਲਿਆ, ਉਸ ਬੰਦੇ ਨੂੰ ਕੋਈ ਸਜ਼ਾ ਮਿਲੀ ਜਾਂ ਬਰੀ ਹੋਇਆ, ਕੀ ਬਣਿਆ, ਉਹਦਾ ਕੁਝ ਨਹੀਂ ਪਤਾ ਲੱਗਦਾ ਜੀ। ਵਾਕਈ ਤੁਹਾਡੀ ਗੱਲ ਇਹ ਹੈ, ਪਰ ਕੇਂਦਰ ਦੀ ਏਜੰਸੀਆਂ ਜਿਹੜੀਆਂ ਨੇ ਨਾ ਬਹੁਤ ਬਦਨਾਮ ਹੋ ਚੁੱਕੀਆਂ, ਬਹੁਤ ਜ਼ਿਆਦਾ। ਜੇ ਅਸੀਂ ਕੇਂਦਰ ਦੀਆਂ ਏਜੰਸੀਆਂ ਦੀ ਗੱਲ ਕੀਤੀ ਜਾਵੇ, ਚਾਹੇ ਉਹ ਈਡੀ ਹੋਵੇ, ਚਾਹੇ ਤੁਸੀਂ ਸੀਬੀਆਈ ਦੀ ਗੱਲ ਕਰ ਲਓ, ਚਾਹੇ ਇੱਕ ਸੀਬੀਆਈ ਨੂੰ ਤਾਂ ਤੋਤਾ ਵੀ ਕਿਹਾ ਜਾਂਦਾ ਸੀ ਕੇਂਦਰ ਸਰਕਾਰ ਦਾ, ਸਹੀ ਗੱਲ ਹੈ। ਪਰ ਪਤਾ ਗੱਲ ਕੀ ਹੈ, ਅਸੀਂ ਪ੍ਰਸ਼ਾਸਨਿਕ, ਅਸੀਂ ਸੱਤਾ ਦੇ ਵਿੱਚ ਯਕੀਨ ਇਸ ਹਿਸਾਬ ਦੇ ਨਾਲ ਖੋ ਦਿੱਤਾ। ਸਾਨੂੰ ਪਤਾ ਕਿ ਜਿਹਦੀ ਲਾਠੀ ਆ ਵੀ ਉਹਦੀ ਭੈਂਸ ਆ। ਪਰ ਕਿਤੇ ਨਾ ਕਿਤੇ ਹੁਣ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪ੍ਰਤੱਖ ਹੋਣ ਡਿਆ, ਜਿੱਥੇ ਜਿੱਥੇ ਛਾਪੇ ਪੈਣ ਡੇ ਆ ਸੰਜੀਵ ਜੀ, ਉੱਥੇ ਉੱਥੇ ਨਿਕਲ ਕੇ ਵੀ ਕੁਛ ਆ ਰਿਹਾ। ਚਾਹੇ ਉਹ ਸਾਧੂ ਸਿੰਘ ਧਰਮਸੋਤ ਦੀ ਗੱਲ ਕਰ ਲਈਏ, ਕਿਉਂਕਿ ਉਹਨਾਂ ਦੇ ਜਿਹੜੇ ਰੱਖੇ ਹੋਏ ਥੱਲੇ ਬੰਦੇ ਸੀਗੇ ਹੈ ਨਾ, ਉਹ ਬੋਲਣੇ ਸ਼ੁਰੂ ਹੋ ਗਏ, ਜਾਂ ਫਿਰ ਤੁਸੀਂ ਖਿਲਜੀਆਂ ਦੀ ਗੱਲ ਕਰ ਲਓ, ਜਾਂ ਫਿਰ ਤੁਸੀਂ ਤ੍ਰਿਪਤ ਰਜਿੰਦਰ ਬਾਜਵਾ ਦੀ ਗੱਲ ਕਰ ਲਓ, ਕਿਉਂਕਿ ਉਹਨਾਂ ਨੇ ਟ੍ਰੀਟਮੈਂਟ ਜਿਹੜਾ ਆ, ਆਪਾਂ ਕਹਿ ਲਈਏ ਕਿ ਬੜਾ ਹੀ ਜਿਹੜਾ ਕਿ ਨਾਮੀ ਗੈਂਗਸਟਰ ਸੀਗਾ, ਉਹਨੂੰ ਬੜਾ VIP ਟ੍ਰੀਟਮੈਂਟ ਦਿੱਤਾ ਗਿਆ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ। ਉਹਨੂੰ ਲੈ ਕੇ ਦੇਖ ਲਓ, ਜਾਂ ਬਿਸ਼ਨੋਈ ਨੂੰ ਲੈ ਕੇ ਦੇਖ ਲਓ। ਬਿਸ਼ਨੋਈ ਨੂੰ ਚਲੋ, ਬਿਸ਼ਨੋਈ ਦਾ ਤਾਂ ਚਲੋ VIP ਟ੍ਰੀਟਮੈਂਟ ਨਹੀਂ ਹੈਗਾ, ਆਪਾਂ ਗੱਲ ਕਰ ਰਹੇ ਹਾਂ। ਕਹਿਣ ਵਾਲੇ ਕਹਿੰਦੇ ਨੇ ਇਵਨ ਮੂਸੇਵਾਲ ਜੋ ਆਪਣੇ ਗਾਇਕ ਰਹੇ ਨੇ ਜਿਨ੍ਹਾਂ ਦਾ ਕਤਲ ਹੋਇਆ, ਉਹਨਾਂ ਦੇ ਪਿਤਾ ਜੀ ਵੀ ਕਹਿੰਦੇ ਨੇ ਕਿ ਤੁਸੀਂ ਲਾਰੈਂਸ ਬਿਸ਼ਨੋਈ ਨੂੰ ਜਾਂ ਹੋਰ ਗੈਂਗਸਟਰਸ ਨੂੰ VVIP ਟ੍ਰੀਟਮੈਂਟ ਦੇ ਰਹੇ ਹੋ ਜੇਲ੍ਹਾਂ ਦੇ ਵਿੱਚ, ਤੇ ਮੇਰੇ ਬੱਚੇ ਦਾ ਜੋ ਕਤਲ ਹੋਇਆ ਹੈ ਉਹਦਾ ਕੋਈ ਖੁਰਾ ਖੋਜ ਨਹੀਂ ਲੱਭਦਾ ਪਿਆ। ਤੁਸੀਂ ਕਰਨਾ ਕੀ ਚਾਹੁੰਦੇ ਹੋ? ਦੇਖੋ, ਨਹੀਂ ਉਹ ਗੱਲ ਵੱਖਰੀ ਹੈ ਕਿ ਚਲੋ ਇਹ ਕਹਿੰਦੇ ਕਿ VVIP ਟ੍ਰੀਟਮੈਂਟ ਤੁਸੀਂ ਦੇ ਰਹੇ ਹੋ ਬਿਸ਼ਨੋਈ ਨੂੰ। ਮੈਂ ਗੱਲ ਕਰ ਰਿਹਾ ਮੁਖਤਿਆਰ ਅੰਸਾਰੀ ਹੋਣਾ ਦੀ, ਸੁਖਜਿੰਦਰ ਸਿੰਘ ਰੰਧਾਵਾ ਹੁਣੀ ਜਿਹੜੇ ਸੀਗੇ, ਉਦੋਂ ਜੇਲ੍ਹ ਮੰਤਰੀ ਸੀਗੇ, ਉਹਨਾਂ ਦੇ ਉੱਤੇ ਆਰੋਪ ਆ ਕਿ ਤੁਸੀਂ ਜਿਹੜਾ ਹੈ ਉਹਨੂੰ ਕਿਉਂ ਪੰਜਾਬ ਦੀ ਜੇਲ੍ਹ 'ਚ ਰੱਖਿਆ, ਫਿਰ ਏਡਾ ਵੱਡਾ ਵਕੀਲ ਕਿਉਂ ਕੀਤਾ ਜਿਹਦਾ 1.5 ਲੱਖ ਰੁਪਈਆ ਸੀ ਇੱਕ ਦਿਨ ਦਾ ਦੇ ਰਹੇ ਸੀ ਉਹਨੂੰ ਇੱਥੇ ਰੱਖਣ ਦੇ ਲਈ। ਇੱਕ ਆਪਣੇ ਆਪ ਦੇ ਵਿੱਚ ਬੜੇ ਵੱਡੇ ਵੱਡੇ ਸਵਾਲ ਜਿਹੜੇ ਨੇ ਉਹ ਪੁੱਛੇ ਜਾਣ ਦੀ ਲੋੜ ਵੀ ਹੈਗੀ ਆ। ਔਰ ਤੁਸੀਂ ਦੂਸਰੇ ਬੰਨੇ ਗੱਲ ਕਹਿੰਦੇ ਆ ਲਾਰੈਂਸ ਬਿਸ਼ਨੋਈ ਦੀ, ਮੈਂ ਉਹ ਵੀ ਗੱਲ ਕਰ ਲੈਣਾ। ਲਾਰੈਂਸ ਬਿਸ਼ਨੋਈ ਦਾ ਸਿਨੈਰੀਓ ਵੱਖਰਾ ਥੋੜ੍ਹਾ ਜਿਹਾ ਇਹ ਕਰਕੇ, ਕਿਉਂਕਿ ਅਸੀਂ ਜਦੋਂ ਲਾਅ ਦੀ ਗੱਲ ਕਰਦੇ ਹਾਂ, ਜੁਡੀਸ਼ੀਅਲ ਦੀ ਗੱਲ ਕਰਦੇ ਹਾਂ, ਤਾਂ ਅਸੀਂ ਕਹਿੰਦੇ ਆ ਕਿ ਅਸੀਂ ਮੇਨ ਸਟਰੀਮ ਦੇ ਵਿੱਚ ਬੰਦੇ ਨੂੰ ਲੈ ਕੇ ਆਉਣ ਦੇ ਲਈ ਉਹਨੂੰ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ, ਨਾ ਕਿ ਇਹ ਕਿ ਤੁਸੀਂ ਇੱਕ ਵਾਰੀ ਚਲੋ ਕਰ ਦਿੱਤਾ ਤਾਂ ਤੁਸੀਂ ਸੁਸਾਇਟੀ ਤੋਂ ਕੱਟ ਆਫ ਹੋ ਜਾਓ। ਸੋ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਆ। ਪਰ ਵਾਕਈ ਗੱਲ ਸਹੀ ਹੈ ਕਿ ਤੁਸੀਂ ਇੱਥੇ ਸਵਾਲੀਆ ਨਿਸ਼ਾਨ ਤੇ ਉਹ ਇਨਵੈਸਟੀਗੇਸ਼ਨ ਟੀਮਾਂ ਦੇ ਨਾ ਜਿਹੜੀਆਂ ਕਰ ਰਹੀਆਂ ਨੇ ਕਿ ਕਰ ਕੀ ਤੁਸੀਂ ਰਹੇ ਹੋ। ਉਦੋਂ ਤੁਸੀਂ ਕਹਿੰਦੇ ਸੀ CBI ਨੂੰ ਜਾਂਚ ਦੇਣ ਦੀ ਲੋੜ ਨਹੀਂ, ਕਿ ਅਸੀਂ ਖੁਦ ਜਾਂਚ ਕਰ ਲਾਂਗੇ। ਪਰ ਮਾਪੇ ਤਾਂ ਇਨਸਾਫ ਚਾਹੁੰਦੇ, ਆਮ ਲੋਕ ਇਨਸਾਫ ਚਾਹੁੰਦੇ ਆ ਨਾ। ਮਤਲਬ ਇਹ ਗੱਲਾਂ ਹੋਰ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਸ਼ੂਤੋਸ਼ ਹੋਣਾ ਦੀ, ਆਸ਼ੂਤੋਸ਼ ਹੋਣਾ ਦੇ ਉੱਤੇ ਬੜੇ ਚਿਰ ਤੋਂ ਰੌਲਾ ਆਉਂਦਾ ਸੀਗਾ। ਹਾਲਾਂਕਿ ਜਿਹੜੇ ਥੋੜ੍ਹੇ ਦਿਨ ਪਹਿਲਾਂ ਚਾਰਜਸ਼ੀਟ ਆਈ ਸੀਗੀ ਉਹਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈਗਾ, ਪਰ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਕੱਲ੍ਹ ਹਾਈ ਵੋਲਟੇਜ ਡਰਾਮਾ ਵੀ ਦੇਖਿਆ। ਹੁਣ ਇਹ ਹਾਈ ਵੋਲਟੇਜ ਡਰਾਮਾ ਕਰਨ ਦੀ ਲੋੜ ਕੀ ਹੈ, ਕਿਉਂ ਲੋੜ ਹੈ? ਜੇ ਤੁਹਾਨੂੰ ਜੁਡੀਸ਼ੀਅਰ ਦੇ ਉੱਤੇ ਭਰੋਸਾ ਹੈ, ਤੁਹਾਨੂੰ ਲੱਗਦਾ ਕਿ ਤੁਸੀਂ ਪਾਵਰਫੁਲ ਇਨਫ ਹੋ, ਪੂਰੇ ਉੱਥੇ ਵਰਕਰ ਇਕੱਠੇ ਹੋ ਗਏ, ਵਰਕਰਾਂ ਨੇ ਤਮਾਸ਼ੇ ਕਰ ਦਿੱਤੇ, ਰਵਨੀਤ ਬਿੱਟੂ ਆਪ ਆ ਗਏ ਔਰ ਖਲਲ ਪਾ ਦਿੱਤਾ, ਜਿਹੜੀਆਂ ਆਪਾਂ ਕਹਿ ਲਈਏ ਕਿ ਇੱਕ ਸਰਕਾਰੀ ਕਾਰਵਾਈ ਸੀ ਉਹਦੇ ਵਿੱਚ ਖਲਲ ਪਾਇਆ। ਸੋ ਇੱਕ ਆਪਣੇ ਦੇ ਵਿੱਚ ਵੱਡੇ ਸਵਾਲ ਤੇ ਬਿਲਕੁਲ ਸਵਾਲ ਤਾਂ ਉੱਠਦੇ ਨੇ, ਕਿਉਂਕਿ ਕਈ ਵਾਰ ਇਹ ਕਿਹਾ ਜਾਂਦਾ ਕਿ ਜਿਹੜੇ ਇਹ ਛਾਪੇ ਪੈਂਦੇ ਨੇ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੁੰਦਾ, ਇਹ ਖਾਲੀ ਉਸ ਬੰਦੇ ਨੂੰ ਬਦਨਾਮ ਕਰਨ ਵਾਸਤੇ, ਡੀਫੇਮ ਕਰਨ ਵਾਸਤੇ ਕੀਤੇ ਜਾਂਦੇ ਨੇ। ਇਹ ਵੀ ਗੱਲ ਕਹੀ ਜਾਂਦੀ ਹੈ ਕਿ ਉਹਦਾ ਪੋਲੀਟੀਕਲ ਕੈਰੀਅਰ ਜਾਂ ਉਹਦੀ ਲਾਈਫ ਦੇ ਉੱਤੇ ਕੋਈ ਗੱਲ ਆ ਜਾਵੇ ਇੱਦਾਂ ਦੀ ਕਿ ਉਹ ਬੰਦਾ ਜ਼ਿੰਦਗੀ ਭਰ ਪੋਲੀਟੀਕਲੀ ਉੱਠ ਨਾ ਸਕੇ, ਕਿ ਲੋਕ ਉਹਦੇ ਉੱਤੇ ਤੰਜ਼ ਕਸਣ। ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਉਹਨੂੰ ਡਿਫੇਮ ਕਰਨ ਵਾਸਤੇ, ਉਹਦੀ ਪੋਪੂਲੈਰਿਟੀ ਖਰਾਬ ਕਰਨ ਵਾਸਤੇ। ਤਮਾਮ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ। ਪਰ ਮੁੱਕਦੀ ਗੱਲ ਇਹ ਆ ਕਿ ਇਸ ਇਨਵੈਸਟੀਗੇਸ਼ਨ ਵਿੱਚੋਂ ਨਿਕਲਦਾ ਕੀ ਪਿਆ, ਉਹਦੀ ਸਾਨੂੰ ਸਾਰੀ ਡਿਟੇਲ ਚਾਹੀਦੀ ਹੁੰਦੀ ਹੈ ਬਾਅਦ ਦੇ ਵਿੱਚ ਪਬਲਿਕ ਨੂੰ। ਜੋ ਤੁਸੀਂ ਹਾਈ ਵੋਲਟੇਜ ਡਰਾਮਾ ਕਿਹਾ, ਹਾਈ ਵੋਲਟੇਜ ਡਰਾਮਾ ਕੁਝ ਦਿਨ ਚੱਲਦਾ ਰਿਹਾ, ਉਸ ਤੋਂ ਬਾਅਦ ਨਿਚੋੜ ਕੀ ਆ,
ਤਾਂ ਕਿ ਬਾਕੀਆਂ ਨੂੰ ਵੀ ਇਹ ਕੰਨ ਹੋ ਜਾਣ ਨਾ ਕਿ ਬਈ ਜੇ ਇਦਾਂ ਦੀ ਗਲਤੀ ਕਰਾਂਗੇ ਤਾਂ ਈਡੀ ਜਾਂ ਇਨਕਮ ਟੈਕਸ ਵਾਲੇ CBI ਵਾਲੇ ਰੇਟ ਕੱਢਦੇ ਨੇ ਤਾਂ ਸੱਚਾਈ ਬਾਹਰ ਆਉਂਦੀ ਹੈ ਤੇ ਉਸ ਤੋਂ ਬਾਅਦ ਸਜ਼ਾ ਵੀ ਮਿਲਦੀ ਹੈ। ਉੱਦਾਂ ਦਾ ਕੁਝ ਹੁੰਦਾ ਵਿਖਾਈ ਦਿੰਦਾ ਨਹੀਂ ਹੈਗਾ, ਰੇਟ ਤੋਂ ਬਾਅਦ ਗੱਲ ਛੂ ਮੰਤਰ ਹੋ ਜਾਂਦੀ ਹੈ। ਸੋ ਇਹ ਗੱਲਾਂ ਕਾਬਿਲੇ ਗੌਰ ਨੇ ਕਿ ਨਿਕਲਿਆ ਕਿ ਤੁਹਾਡੀ ਉਹੀ ਗੱਲ ਕਿ ਇਹਦੇ ਵਿੱਚੋਂ ਨਿਕਲਿਆ ਕੀ ਹੈ, ਗੱਲ ਉੱਥੇ ਆ ਜਾਏਗੀ ਜੀ। ਸੋ ਅੱਗੇ ਵਧਦੇ ਹਾਂ ਆਪਾਂ, ਔਰ ਘਰ ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਹੈ ਅਕਤੂਬਰ ਸ਼ੁਰੂ ਹੋਣੀ ਆ, ਤੇ ਉਸ ਦੇ ਬਾਰੇ ਜੋ ਸਾਡੀ ਸਰਕਾਰ ਹੈ ਬਹੁਤ ਉਮੀਦ ਦੇ ਨਾਲ ਚੱਲਦੀ ਪਈ ਆ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਇਹਦੇ ਨਾਲ ਜਿੱਥੇ ਲੋਕਾਂ ਨੂੰ ਸਹੂਲਤ ਮਿਲੇਗੀ, ਖੱਜਲ ਖੁਆਰੀ ਤੋਂ ਬਚਣਗੇ, ਕਿ ਕਿਤੇ ਆ ਕੇ ਧੁੱਪਾਂ 'ਚ ਖੜੇ ਰਹਿੰਦੇ ਸੀਗੇ, ਘਰ ਘਰ ਪਹੁੰਚਾਵਾਂਗੇ। ਤੇ ਨਾਲੇ ਇਹ ਇਨਵੈਸਟੀਗੇਸ਼ਨ ਵੀ ਨਾਲ ਹੋ ਜਾਏਗੀ ਕਿ ਕਿਹੜੇ ਬੰਦੇ ਜਾਲੀ ਨੇ ਜਿਹਨਾਂ ਨੂੰ ਲੋੜ ਨਹੀਂ ਹੈਗੀ, ਕਿਉਂਕਿ ਐਡਰੈਸ ਦਿੱਤਾ ਹੋਇਆ। ਖੈਰ ਨੀਲੇ ਕਾਰਡ ਬਣੇ ਹੋਏ ਨੇ ਕਿ GPS ਸਿਸਟਮ ਨਾਲ ਲੱਗਾ ਰਹੇਗਾ, ਨਾਲ ਕੈਮਰਾ ਵੀ ਹੋਏਗਾ, ਕੈਮਰੇ ਦੀ ਨਿਗਰਾਨੀ ਦੇ ਅੰਡਰ ਤੁਹਾਨੂੰ ਦਿੱਤਾ ਜਾਏਗਾ ਆਟਾ, ਦਾਲ, ਜੋ ਵੀ ਉਹਨਾਂ ਨੇ ਦੇਣਾ, ਭੋਜਨ ਪਹੁੰਚਾਉਣਾ, ਤੁਹਾਡੇ ਘਰਾਂ 'ਚ ਰਸਦ ਪਹੁੰਚਾਉਣੀ ਹੈ। ਤਾਂ ਜੇ ਕਿਸੇ ਅਮੀਰ ਘਰ ਦਾ ਐਡਰੈਸ ਹੈ ਤਾਂ ਅਮੀਰ ਘਰ ਦੇ ਬਾਹਰ ਜਾ ਕੇ ਗੱਡੀ ਰੁਕੇਗੀ ਤਾਂ ਉਹਨਾਂ ਨੂੰ ਸ਼ਰਮ ਆਏਗੀ ਕਿ ਅਸੀਂ ਇਹ ਕੀ ਕਰਦੇ ਪਏ ਹਾਂ, ਇਹ ਗਰੀਬਾਂ ਦਾ ਹੱਕ। ਦੇਖੋ ਇਹ ਬਹੁਤ ਮਾਨ ਸਾਹਿਬ ਨੇ ਗੱਲ ਕਹੀ ਜੀ, ਬਹੁਤ ਜ਼ਰੂਰੀ ਹੈ। ਮੈਂ ਪਿੱਛੇ ਜੇ ਖਬਰ ਵੀ ਪੜ੍ਹਦਾ ਸੀ ਕਿ ਮਾਲਵੇ ਦੇ ਪਿੰਡਾਂ ਦੇ ਵਿੱਚ ਤਾਂ ਇਦਾਂ ਹੋ ਗਿਆ ਕਿ ਉਹ ਜਾਂਦੇ ਆ ਤੇ ਕਾਰਡ ਲੈ ਕੇ ਜਾਂਦੇ ਆ ਤੇ ਉਹ ਕਹਿੰਦੇ ਆ ਜੀ ਵੀ ਜਿਹੜੇ ਘਰ ਦੇ ਉੱਤੇ ਬਾਹਰ ਉਹ ਬਹੁਤ ਸੋਹਣੇ ਘਰ ਬਣੇ ਹੋਏ ਆ, ਮਹਿਲ ਟਾਈਪ ਘਰ ਬਣੇ, ਉਹਨਾਂ ਦੇ ਉੱਤੇ ਉਹਨਾਂ ਨੇ ਬੰਦ ਵੀ ਕਰ ਦਿੱਤੇ ਨੇ। ਹੁਣ ਦੂਸਰੇ ਬੰਨੇ ਇਹ ਸਹੂਲਤ ਉਹਨਾਂ ਨੂੰ ਵੀ ਆ ਸੰਜੀਵ ਜੀ, ਜਿਹੜੇ ਜਿੱਦਾਂ ਨਾ ਇੱਕ ਪਿੰਡ, ਛੋਟੇ ਪਿੰਡ ਹੁੰਦੇ ਜਿਹਨਾਂ ਦੀ ਵਸੋਂ ਘੱਟ ਹੁੰਦੀ, ਜਾਂ ਕਲੋਨੀਆਂ ਅੱਜ ਕੱਲ੍ਹ, ਉਹ ਕਲੋਨੀਆਂ ਵਾਲੇ ਜਿਹੜੇ ਨੇ ਉਹ ਪਿੰਡ 'ਚ ਜਾ ਕੇ ਜਿਹੜਾ ਨੇ ਉਹਨਾਂ ਨੂੰ ਮਤਲਬ 3 ਕਿਲੋਮੀਟਰ 4 ਕਿਲੋਮੀਟਰ ਜਾ ਕੇ ਦੂਸਰੇ ਸਟੇਸ਼ਨ ਦੇ ਉੱਤੋਂ ਆਪਣਾ ਆਟਾ ਦਾਲ ਲੈ ਕੇ ਆਉਣਾ ਪੈਂਦਾ। ਹੁਣ ਇਹ ਜੇ 5 ਲੋਕਾਂ ਦਾ ਪਰਿਵਾਰ ਆ, ਮੇਰੇ ਖਿਆਲ ਨਾਲ ਕੁਝ ਉਹਨਾਂ ਨੂੰ 1.5 ਕੁਆਂਟਲ ਜਿਹੜਾ ਆ ਉਹ ਦਾਣੇ ਮਿਲਦੇ ਨੇ। ਕਈ ਵਾਰ ਹੁੰਦਾ ਕਿਉਂਕਿ ਉਹ ਹੈਂਡ ਟੂ ਮਾਊਥ ਲੋਕ ਹੁੰਦੇ ਆ, ਦਿਹਾੜੀਦਾਰ ਲੋਕ ਆ ਨਾ। ਹੁਣ ਸਾਰਾ ਟੱਬਰ ਗਿਆ ਹੁੰਦਾ, ਕਿਉਂਕਿ ਮੈਂ ਇਹ ਲਿਟਰਲੀ ਜਦੋਂ ਪਿੰਡ ਮੈਂ ਜਾਂਦਾ ਹੁੰਦਾ ਤਾਂ ਮੈਂ ਦੇਖਦਾ ਹੁੰਦਾ ਕਿ ਉਹਨਾਂ ਦੀਆਂ ਬੀਬੀਆਂ ਵਿਚਾਰੀਆਂ ਸਿਰ ਤੇ ਦਾਣੇ ਚੱਕ ਕੇ ਉਹ 3 ਕਿਲੋਮੀਟਰ ਤੁਰ ਕੇ ਫੇਰ ਲੈ ਕੇ ਆਉਂਦੀਆਂ। ਉਹਨਾਂ ਨੂੰ ਪੁੱਛੋ ਵੀ ਬੀਬੀ ਜੀ ਤੁਸੀਂ ਕਿਉਂ ਲੈ ਕੇ ਆਉਂਦੇ? ਉਹ ਕਹਿੰਦੇ ਵੀ ਘਰੇ ਕੋਈ ਹੈ ਨਹੀਂ ਆ, ਮਿਲਣੇ ਅੱਜ ਹੀ ਆ, ਤੇ ਜੇ ਨਾ ਮਿਲੇ ਤਾਂ ਫਿਰ ਸਾਡਾ ਰੁਕ ਜਾਣਾ ਆ। ਇਹ ਮੈਨੂੰ ਲੱਗਦਾ ਕਿ ਚੰਗੀ ਪਹਿਲ ਆ ਜੇ ਕਰ ਦੇਣ, ਕਿਉਂਕਿ ਬਹੁਤ ਚਿਰ ਤੋਂ ਪਹਿਲਾਂ ਅਨਾਉਂਸ ਕੀਤਾ ਸੀ ਪਰ ਉਹ ਹਜੇ ਆਉਂਦੀ ਉਵੇਂ ਚੱਲਦੀ, ਕਿਉਂਕਿ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਵੇਖਿਆ, ਕਿਉਂਕਿ ਜਦੋਂ ਪਿੰਡ ਨੂੰ ਜਾਈਏ ਤਾਂ ਉਹ ਹੁੰਦਾ ਆ। ਇਹ ਪਿੰਡ ਦਾ ਦੌਣ ਆ, ਇਹ ਪਿੰਡ ਅਸਲੀ ਲੋਕਾਂ ਦੀ ਕਹਾਣੀ ਹੈ। ਔਰ ਮੈਨੂੰ ਉਸ ਸਮੇਂ ਲੱਗਿਆ ਕਿ ਅਨਾਉਂਸਮੈਂਟ ਤੇ ਹੋ ਗਈ ਆ, ਲੱਗੂਗਾ ਕਦੋਂ? ਤੇ ਜੇ ਇਦਾਂ ਹੋ ਜਾਂਦਾ ਸੰਜੀਵ ਜੀ ਤੇ ਉਹਨਾਂ ਬੁੱਢੀਆਂ ਮਾਈਆਂ ਨੂੰ ਬਹੁਤ ਮੈਨੂੰ ਲੱਗਦਾ ਸੌਖਾ ਹੋ ਜਾਣਾ, ਜਾਂ ਉਹਨਾਂ ਦੀਆਂ ਨੌਹਾਂ ਨੂੰ ਬਹੁਤ ਸੌਖਾ ਹੋ ਜਾਣਾ, ਜਿਹੜੀਆਂ ਵਿਚਾਰੀਆਂ ਸਿਰ ਤੇ ਸਾਈਕਲਾਂ ਤੇ ਚੱਕ ਕੇ ਲਿਆਉਣ ਡਈਆਂ 4-4 ਕਿਲੋ। ਬਿਲਕੁਲ ਸਹੀ ਗੱਲ ਹੈ, ਸਹੂਲੀਅਤ ਹੈ। ਔਰ ਇਹ ਵੀ ਹੈ ਨਾ ਕਿ ਤੁਸੀਂ ਇੱਕ ਵਾਰੀ ਖੁੰਝ ਜਾਓ ਫਿਰ ਤੁਹਾਨੂੰ ਦੂਸਰੇ ਸਟੇਸ਼ਨ ਤੇ ਜਾ ਕੇ ਬਣਾ ਪੈਂਦਾ, ਫਿਰ 3 ਦਾ 5 ਕਿਲੋਮੀਟਰ ਹੋ ਜਾਂਦਾ, 6 ਕਿਲੋਮੀਟਰ ਹੋ ਜਾਂਦਾ। ਜੇ ਉੱਥੋਂ ਨਹੀਂ ਮਿਲਦਾ ਤਾਂ ਫਿਰ ਤੁਹਾਨੂੰ ਮੇਨ ਆਫਿਸ ਜਾਣਾ ਪੈਂਦਾ, ਜਿਹੜਾ ਕਿ ਉਹਨਾਂ ਦੇ ਪੋਸੀਬਲ ਹੀ ਨਹੀਂ ਹੈਗਾ। ਉਹ ਤਾਂ ਆਪਣੇ ਕਾਰਡ ਹੀ ਨਹੀਂ ਬਣਾ ਸਕਦੇ, ਉਹਨਾਂ ਨੂੰ ਪਤਾ ਹੀ ਨਹੀਂ ਕਿਵੇਂ ਬਣਾਉਣੇ ਆ। ਔਰ ਇਹਦੇ ਵਿੱਚ ਜਿਹੜੇ ਪੰਜਾਬ ਦੇ ਅੰਦਰ 19,000 ਡਿਪੂ ਹੋਲਡਰਸ ਨੇ, ਉਹਨਾਂ ਦੇ 80,000 ਪਰਿਵਾਰ ਨੇ, ਉਹਨਾਂ ਨੇ ਕਿਹਾ ਕਿ ਇਹ ਸਕੀਮ ਵਾਪਸ ਲਵੋ, ਤੁਸੀਂ ਸਾਨੂੰ ਬੇਰੁਜ਼ਗਾਰ ਕਰਨ ਲੱਗੇ ਹੋ, ਨਹੀਂ ਤਾਂ ਅਸੀਂ ਹਾਈ ਕੋਰਟ ਜਾਵਾਂਗੇ। ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਤੁਸੀਂ ਕਿਹਾ ਸੀ ਘਰ ਘਰ ਰੋਜ਼ਗਾਰ ਪਹੁੰਚਾਵਾਂਗੇ, ਤੁਸੀਂ ਘਰ ਘਰ ਆਟਾ ਦਾਲ ਸਕੀਮ ਲੈ ਕੇ ਚਲੇ ਗਏ ਹੋ ਤੇ ਸਾਡਾ ਕੰਮ ਨਹੀਂ ਬਚਣਾ, ਸਾਨੂੰ ਤੁਸੀਂ ਵਿਹਲਾ ਕਰਕੇ ਬਿਠਾ ਦੇਣਾ, ਅਸੀਂ ਕੀ ਕਰਾਂਗੇ ਉਸ ਤੋਂ ਬਾਅਦ। ਪਰ ਨਾਲ ਗਵਰਨਮੈਂਟ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਆਨਲਾਈਨ ਸਰਵਿਸਿਜ਼ ਦੇਖ ਸਕਦੇ ਹੋ, ਸੈਂਟਰ ਗਵਰਨਮੈਂਟ ਦੀਆਂ ਵੀ ਨੇ, ਸਟੇਟ ਗਵਰਨਮੈਂਟ ਦੀਆਂ ਵੀ ਨੇ, ਉਹ ਸਰਵਿਸਿਜ਼ ਨੂੰ ਲੈ ਕੇ ਉਹਨਾਂ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ, ਤੁਹਾਡੀ ਇਨਕਮ 'ਚ ਕੋਈ ਕਮੀ ਨਹੀਂ ਆਏਗੀ, ਤੁਹਾਨੂੰ ਹੋਰ ਆਲਟਰਨੇਟਿਵ ਰੋਜ਼ਗਾਰ ਦੇ ਦਿੱਤਾ ਜਾਏਗਾ। ਤੇ ਕੁੱਲ ਮਿਲਾ ਕੇ ਇਹ ਸਥਿਤੀ ਬਣੀ ਹੋਈ ਹੈ। ਤਾਂ ਹੁਣ ਇਹ ਦੇਖੋ ਕਿਸ ਪਾਸੇ ਗੇਮ ਲੱਗਦੀ ਹੈ, ਕਿਉਂਕਿ ਇਹ ਵਿਰੋਧ ਵਿੱਚ ਨੇ ਜਿਹੜੇ 19,000 ਡਿਪੂ ਹੋਲਡਰ ਨੇ ਪੰਜਾਬ ਦੇ ਵਿੱਚ। ਤੇ ਸਰਕਾਰ ਖੁਸ਼ ਹੈ ਕਿ 2 ਅਕਤੂਬਰ ਤੋਂ ਇਹ ਸਕੀਮ ਲਾਗੂ ਹੋਣ ਜਾ ਰਹੀ ਹੈ, ਜਿਸ ਦਿਨ ਗਾਂਧੀ ਜਯੰਤੀ ਹੈਗੀ। ਲਓ ਜੀ, ਵਧੀਆ ਗੱਲ ਹੈ। ਵੈਸੇ ਅੱਛਾ, ਤੁਸੀਂ ਗੱਲਾਂ ਹੋਰ ਪਾਸੇ ਲੈ ਕੇ, ਮੈਂ ਪੋਲੀਟੀਕਲੀ ਬੜੀਆਂ ਮਤਲਬ ਗਰਮ ਹੋ ਕੇ ਗੱਲ ਕਰਨ ਡਿਆ ਸੀ। ਜ਼ਰੂਰ ਕਰੋ, ਹੈ ਨਾ। ਦੂਸਰੇ ਬੰਨੇ ਅਸੀਂ ਦੇਖਦੇ ਹਾਂ ਕਿ ਜਿਹੜੇ ਵਾਅਦੇ ਕੀਤੇ ਸੀ ਸਰਕਾਰਾਂ ਨੇ, ਜਿਹੜੀ ਕੇਂਦਰ ਸਰਕਾਰ ਨੇ MSP ਦਾ ਵਾਅਦਾ ਕੀਤਾ ਸੀਗਾ, ਉਦੋਂ ਤੋਂ ਨੱਠਦਿਆਂ ਉਹਨਾਂ ਨੂੰ ਦੇਰ ਨਹੀਂ ਲੱਗੀ। ਸਾਲ ਤੋਂ ਤਕਰੀਬਨ ਉੱਪਰ ਦਿਨ ਜਿਹੜੇ ਅਸੀਂ ਕੱਢੇ ਆ ਉੱਥੇ ਕੱਢੇ ਆ। ਉਸ ਤੋਂ ਬਾਅਦ ਉੱਠ ਕੇ ਆ ਗਏ ਇੱਥੇ, ਤੇ ਉੱਠ ਕੇ ਆਉਣ ਤੋਂ ਬਾਅਦ ਲੋਕਾਂ ਨੇ ਮਤਲਬ ਸੋਚਿਆ ਕਿ ਚਲੋ ਸਰਕਾਰ ਮੰਨ ਗਈ ਆ, ਕਿਉਂਕਿ MSP ਦਾ ਵਾਅਦਾ ਕਰ ਦਿੱਤਾ ਸੀ, ਕਹਿੰਦੇ ਕਮੇਟੀ ਬਣਾਵਾਂਗੇ, ਤੁਹਾਨੂੰ ਉਹਦੇ ਵਿੱਚ ਲੈ ਲਾਂਗੇ। ਹਾਲਾਂਕਿ ਜਿਹੜੇ ਮੇਨ ਸਟਰੀਮ ਵਾਲੇ ਆਪਾਂ ਕਹਿੰਦੇ ਆ, ਮੇਨ ਸਟਰੀਮ ਵਾਲੇ, ਕਿ ਮੈਂ ਕਹਿੰਦਾ ਕਿ ਉਹ ਕਮੇਟੀਆਂ, ਉਹ ਜਥੇਬੰਦੀਆਂ ਜਿਹੜੀਆਂ ਧਰਨੇ ਦੇ ਵਿੱਚ ਡਟ ਕੇ ਖੜੀਆਂ ਸੀ, ਉਹਨਾਂ ਦਾ ਇੱਕ ਵੀ ਬੰਦਾ ਨਹੀਂ, ਪੰਜਾਬ ਤੋਂ ਕੋਈ ਬੰਦਾ ਨਹੀਂ। ਇਹ ਆਪਣੇ ਆਪ ਦੇ ਵਿੱਚ ਬੜੀ ਹੀ ਹੈਰਾਨੀ ਵਾਲੀ ਗੱਲ ਹੈ। ਕੱਲ੍ਹ ਉਹਦੀ ਮੀਟਿੰਗ ਵੀ ਸੀਗੀ ਤੇ ਕੱਲ੍ਹ ਮਹਾ ਪੰਚਾਇਤ ਵੀ ਹੋਈ ਹੈ ਉੱਥੇ, ਜਿਹੜੀ ਅਸੀਂ ਗੱਲ ਕਰਦੇ ਸੀ ਕਿ ਮਹਾ ਪੰਚਾਇਤ ਹੋਣ ਜਾ ਰਹੀ ਆ। ਅੱਜ ਉੱਥੇ ਆਪਾਂ ਕਹਿੰਦੇ ਆ ਕਿ ਮਤਲਬ ਬੜੀਆਂ ਜਥੇਬੰਦੀਆਂ ਪਹੁੰਚੀਆਂ। ਉਹ ਇਸ ਕਰਕੇ ਪਹੁੰਚੀਆਂ ਕਿਉਂਕਿ ਕੇਂਦਰ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀਗੇ, ਉਹਨਾਂ ਸਾਰੇ ਵਾਅਦਿਆਂ ਤੋਂ ਉਹ ਮੁੱਕਰ ਗਈ। ਚਾਹੇ ਉਹ ਉਦੋਂ ਜਦੋਂ ਆਪਾਂ ਤੁਹਾਨੂੰ ਵੀ ਪਤਾ ਹੋਣਾ ਗੱਲ ਕਰਦੇ ਸੀ, ਉਹ ਕਹਿੰਦੇ ਜੀ ਅਸੀਂ MSP ਨਹੀਂ ਲਿਆਵਾਂਗੇ, ਸਭ ਤੋਂ ਮੇਨ ਮੁੱਦਾ ਉਹ ਕਹਿੰਦੇ ਜੀ MSP ਤੇ ਕਮੇਟੀ ਬਣਾਵਾਂਗੇ, ਹਰ ਫਸਲ ਦੀ ਜਿਹੜੀ ਇੱਕ
ਪਾਰਟਿਕੂਲਰ ਅਮਾਉਂਟ ਜਿਹੜਾ ਅਸੀਂ ਕਹਿੰਦੇ ਮਿਨੀਮਮ ਸਪੋਰਟਿੰਗ ਪ੍ਰਾਈਸ ਹੋਊਗਾ, ਉਹਦੇ ਲਈ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਤੈਅ ਕੀਤਾ ਜਾਊਗਾ। ਦੂਸਰੀ ਗੱਲ ਉਹਨਾਂ ਨੇ ਕਹੀ ਸੀ ਵੀ ਅਸੀਂ ਬਿਜਲੀ ਜਿਹੜੇ ਆ ਉਹ ਆਪਾਂ ਨਵੀਂ ਜਿਹੜੀ ਬਿਜਲੀ ਨੀਤੀ ਆ ਉਹਨੂੰ ਲੈ ਕੇ ਨਹੀਂ ਆਵਾਂਗੇ ਜੀ, ਉਹ ਵੀ ਨੀਤੀ ਲੈ ਆਏ। ਤੀਸਰੀ ਗੱਲ ਉਹਨਾਂ ਨੇ ਕਹੀ ਸੀਗੀ ਜੀ ਕਿ ਅਸੀਂ ਜਿਹੜੇ ਕੇਸ ਹੋਏ ਸੀ ਕਿਸਾਨੀ ਅੰਦੋਲਨ ਦੇ ਦੌਰਾਨ, ਕਿਉਂਕਿ ਬਹੁਤ ਲੰਬਾ ਕੇਸ ਚੱਲਿਆ, ਬੜੇ ਸਾਰੇ ਕੇਸ ਹੋ ਗਏ, ਉਹ ਕਹਿੰਦੇ ਸਾਰੇ ਕੇਸ ਅਸੀਂ ਵਾਪਸ ਲੈ ਲਾਂਗੇ। ਉਹ ਕੇਸ ਵੀ ਹਲੇ ਉਵੇਂ ਦੇ ਉੱਤੇ ਖੜੇ, ਪੰਜਾਬ ਗਵਰਨਮੈਂਟ ਨੇ ਜਿਹੜਾ ਫਿਰ ਵੀ ਉਹ ਡਿਸਮਿਸ ਕਰ ਦਿੱਤੇ ਆ ਜੀ। ਚੌਥੀ ਗੱਲ ਜਿਹੜੀ ਇਹ ਸੀਗੀ ਕਿ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਆ ਵੀ ਹੁਣ ਖੇਤੀ ਨੂੰ ਜਿਹੜਾ ਅਪਲਿਫਟ ਕਰਨਾ ਹੈ ਨਾ, ਖੇਤੀ ਨੂੰ ਅਪਲਿਫਟ ਕਰਨਾ ਹੈ, ਔਰ ਖੇਤੀ ਦੀ ਅਸੀਂ ਗੱਲ ਕਰਾਂਗੇ ਉਹ ਵੀ ਜਿਹੜਾ ਸਾਰਾ ਖਤਮ ਜਿਹੜਾ ਥੱਲੇ ਚਲਾ ਗਿਆ। ਸੋ ਆਪਣੇ ਆਪ ਦੇ ਵਿੱਚ ਜਿੰਨੇ ਵੀ ਵਾਅਦੇ ਉਹਨਾਂ ਨੇ ਕੀਤੇ ਸੀਗੇ ਦੁੱਗਣੀ ਤਿੱਗਣੀ ਇਨਕਮ ਦੇ, ਉਹ ਸਾਰਾ ਕੁਝ ਤਾਂ ਥੱਲੇ ਆ ਗਿਆ। ਫਿਰ ਉਹ ਹੁਣ ਕਹਿੰਦੇ ਮਹਾ ਪੰਚਾਇਤ ਦੁਬਾਰਾ ਲੱਗਣੀ ਹੈ। ਹਾਲਾਂਕਿ ਇੱਕ ਹੋਰ ਗੱਲ ਉਹਨਾਂ ਨੇ ਕਹੀ ਸੀ ਕਿ ਮੈਨੂੰ ਯਾਦ ਆ ਗਿਆ, ਚਲੋ ਗੱਲਾਂ ਆਪਾਂ ਕਰ ਰਹੇ ਹਾਂ। ਕਹਿੰਦੇ ਸੀ ਜੀ ਜਿਹੜੇ ਅਜੇ ਮਿਸ਼ਰਾ ਟਹਿਣੀ ਆ ਜਾਂ ਫਿਰ ਉਹਨਾਂ ਦੇ ਜਿਹੜੇ ਮਤਲਬ ਉਹਨਾਂ ਦੇ ਨਾਲ ਜਿਹੜੇ ਦੋਸ਼ੀ ਸੀਗੇ ਉਸ ਲਖੀਮਪੁਰ ਘਟਨਾ ਦੇ, ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਸਜ਼ਾ ਮਿਲੂਗੀ। ਹਾਲਾਂਕਿ ਸੁਪਰੀਮ ਕੋਰਟ ਨੇ ਕਹਿ ਵੀ ਦਿੱਤਾ ਉਹਨਾਂ ਦੇ ਉੱਤੇ ਆ ਵੀ ਗਿਆ ਆਰਡਰ, ਪਰ ਹਜੇ ਵੀ ਉੱਥੇ ਦਾ ਉੱਥੇ ਹੀ ਆ ਖੜੇ ਅਸਮਾਨ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਰਕਾਰ ਦੇ ਫੇਲੀਅਰ ਦੀਆਂ ਆ, ਲੋਕਤੰਤਰ ਦੇ ਫੇਲੀਅਰ ਦੀਆਂ ਆ। ਔਰ ਜੋ ਤੁਹਾਡੀ ਸਰਕਾਰ ਮੈਜੋਰਿਟੀ 'ਚ ਹੋਵੇ, ਵਾਕਈ ਅਸੀਂ ਪੜ੍ਹਦੇ ਹੁੰਦੇ ਸੀ ਵੀ ਲੋਕਤੰਤਰ ਨੂੰ ਖਤਰਾ ਆ, ਤੇ ਵਾਕਈ ਖਤਰਾ ਹੈ। ਫਿਰ ਬਿਲਕੁਲ ਖਤਰਾ ਹੈ, ਔਰ ਖਤਰਾ ਕਦੋਂ ਨਹੀਂ ਰਿਹਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇਦਾਂ ਦਾ ਫੇਵਰੇਟਿਜ਼ਮ ਹਰ ਥਾਂ ਤੇ ਹੋ ਰਿਹਾ। ਸੰਵਿਧਾਨ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ, ਔਰ ਜੋ ਕਰਨਾ ਚਾਹੁੰਦੇ ਨੇ ਆਪਣੀ ਮਨਮਰਜ਼ੀ ਉਹ ਕਰਦੇ ਨੇ, ਔਰ ਉਹਨੂੰ ਕਵਰ ਅਪ ਕਰਨ ਵਾਸਤੇ ਬੜੀਆਂ ਦਲੀਲਾਂ ਦੇ ਦਿੱਤੀਆਂ ਜਾਂਦੀਆਂ ਨੇ, ਮੀਡੀਆ ਪਬਲਿਸਿਟੀ ਦੇ ਦਿੱਤੀ ਜਾਂਦੀ, ਕਿਉਂਕਿ ਪੀਆਰਸ ਇਹਨਾਂ ਦੇ ਹਮੇਸ਼ਾ ਬੈਠੇ ਹੁੰਦੇ ਨੇ ਪਬਲਿਕ ਨੂੰ ਗੁੰਮਰਾਹ ਕਰਨ ਵਾਸਤੇ, ਪਬਲਿਕ ਦਾ ਦਿਮਾਗ ਘੁਮਾਉਣ ਵਾਸਤੇ। ਓਪੀਨੀਅਨ ਲੀਡਰਸ ਇਹਨਾਂ ਦੇ ਮੌਜੂਦ ਨੇ, ਵੱਖ-ਵੱਖ ਚੈਨਲਸ ਵੱਡੇ ਜਿਹੜੇ ਆਪਾਂ ਦੇਖਦੇ ਹਾਂ ਸ਼ਾਮ ਨੂੰ ਕਾਫੀ ਖੱਪ ਪਾਉਂਦੇ ਨੇ, ਉੱਥੇ ਬਿਠਾਏ ਹੁੰਦੇ ਨੇ। ਸੋ ਟੋਟਲ ਇਹਨਾਂ ਦਾ ਕੰਟਰੋਲ ਹੈ ਮੀਡੀਆ ਦੇ ਉੱਤੇ, ਔਰ ਉਸੇ ਤਰ੍ਹਾਂ ਦੇ ਵਾਤਾਵਰਣ ਮਾਹੌਲ ਬਣਾ ਕੇ ਰੱਖਦੇ ਨੇ। ਬਾਕੀ ਰਿਹਾ ਵਾਅਦੇ ਤਾਂ ਤੋੜਨ ਵਾਸਤੇ ਹੀ ਕੀਤੇ ਜਾਂਦੇ ਨੇ, ਵਾਅਦੇ ਪੂਰੇ ਕਰਨ ਵਾਸਤੇ ਥੋੜ੍ਹਾ ਕੀਤੇ ਜਾਂਦੇ ਨੇ, ਠੀਕ ਹੈ। ਤੇ ਇਹੀ ਇਲੈਕਸ਼ਨਸ ਤੋਂ ਪਹਿਲਾਂ ਵੀ ਹੁੰਦਾ, ਇਲੈਕਸ਼ਨਸ ਤੋਂ ਬਾਅਦ ਫਿਰ ਤੂੰ ਕੌਣ ਤੇ ਮੈਂ ਕੌਣ 5 ਸਾਲ ਬਾਅਦ ਪੁੱਛਾਂਗੇ। ਜਦੋਂ ਤੁਹਾਡੇ ਤੋਂ ਵੋਟ ਲੈਣੀ ਹੈ ਫਿਰ ਆ ਜਾਈਓ ਵੋਟ ਪਾਉਣ ਵਾਸਤੇ, ਉਦੋਂ ਤੱਕ ਤੁਸੀਂ ਟਿਕ ਕੇ ਘਰ ਬੈਠੋ ਤੇ ਕਰੀਏ ਕਿ ਗੱਲਾਂ ਦਾ ਕੜਾ ਖਾਓ। ਅਸੀਂ ਤੁਹਾਨੂੰ ਗੱਲਾਂ ਦਾ ਕੜਾ ਖਵਾਉਂਦੇ ਹਾਂ, ਤੁਸੀਂ ਖਾਈ ਜਾਓ। ਸੋ ਗੱਲ ਇਹ ਹੈ ਕਿ ਟੋਟਲ ਇਨਜਸਟਿਸ ਕਦੀ ਵੀ ਕਿਸੇ ਸਮਾਜ ਦੇ ਅੰਦਰ ਜਦੋਂ ਤੱਕ ਸੋਸ਼ਲ ਇਨਜਸਟਿਸ ਨਹੀਂ ਨਾ ਹੋਏਗਾ, ਸਮਾਜਿਕ ਨਿਆਂ ਪ੍ਰਣਾਲੀ ਜਦੋਂ ਤੱਕ ਸਟਰੋਂਗ ਨਹੀਂ ਆ, ਉਦੋਂ ਤੱਕ ਇਹੀ ਕੁਝ ਹੋਏਗਾ। ਤੁਸੀਂ ਦੇਖੋ ਰਾਜਨੀਤੀ ਗੰਦੀ ਨਹੀਂ ਹੁੰਦੀ, ਕਿੱਦਾਂ ਦੇ ਲੋਕ ਉਹਦੇ 'ਚ ਆਉਂਦੇ ਨੇ, ਉਹ ਕੀ ਕਰਦੇ ਨੇ, ਉਹ ਉਹਨੂੰ ਗੰਦੀ ਬਣਾਉਂਦੇ ਨੇ। ਕੋਈ ਵੀ ਸਿਸਟਮ ਜਾਂ ਕੋਈ ਵੀ ਸਿੱਖਿਆ, ਕੋਈ ਵੀ ਖੇਤਰ ਗੰਦਾ ਨਹੀਂ ਹੁੰਦਾ, ਉਹਦੇ ਵਿੱਚ ਕੰਮ ਕਰਨ ਵਾਲੇ ਲੋਕ ਕਿੱਦਾਂ ਦੇ ਨੇ ਉਹ ਉਹਨੂੰ ਮਾੜਾ ਜਿਹਾ ਚੰਗਾ ਬਣਾਉਂਦੇ ਨੇ। ਇਕਨੋਮਿਕਸ ਬੜੀ ਖੂਬਸੂਰਤ ਸਾਇੰਸ ਆ, ਲੇਕਿਨ ਉਹਨੂੰ ਵੀ ਕਰਪਟ ਕਰਕੇ ਰੱਖ ਦਿੱਤਾ, ਉਹਨੂੰ ਅਸੀਂ ਪੋਲੀਟੀਕਲ ਇਕੋਨਮੀ ਕਹਿਣ ਲੱਗ ਪਏ ਹਾਂ। ਹਰ ਥਾਂ ਦੇ ਉੱਤੇ ਪੋਲੀਟਿਕਸ ਵੜ ਗਿਆ। ਕਈ ਵਾਰ ਕਹਿੰਦੇ ਨੇ ਨਾ ਕਿ ਪੁਰਾਣੀ ਕਹਾਵਤ ਹੈ ਕਿ ਮੈਨ ਇਜ਼ ਅ ਸੋਸ਼ਲ ਐਨੀਮਲ, ਤਾਂ ਕਹਿੰਦੇ ਨਹੀਂ, ਮੈਨ ਇਜ਼ ਅ ਪੋਲੀਟੀਕਲ ਐਨੀਮਲ। ਹਰ ਥਾਂ ਦੇ ਉੱਤੇ ਪੋਲੀਟਿਕਸ ਨੂੰ ਵਾਕਿਆ ਆਪਾਂ ਪਹਿਲੀ ਖਬਰ ਸੀ ਉੱਚ ਗੱਲ ਵੀ ਕੀਤੀ ਵੀ ਭਾਰਤ ਭੂਸ਼ਣ ਆਸ਼ੂ ਹੋਣੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਦਿਖਦੇ ਬੜੇ ਸਾਊ ਸੀਗੇ, ਪਰ ਹੁਣ ਐਲੀਗੇਸ਼ਨ 2000 ਕਰੋੜ ਦੇ ਘਟਾਲੇ ਤੇ ਆ, ਤੇ ਫਿਰ ਇਹ ਬਹੁਤ ਵੱਡਾ ਘਟਾਲਾ ਹੈ, ਬਹੁਤ ਵੱਡਾ ਘਟਾਲਾ ਹੈ। ਔਰ ਜਿਹੜੀ ਆਪਾਂ ਕਿਸਾਨੀ ਦੀ ਗੱਲ ਕਰਦੇ ਆ, ਜਿਸ ਦੇਸ਼ ਦੇ ਵਿੱਚ ਕਿਸਾਨ ਖੁਸ਼ਹਾਲ ਨਹੀਂ, ਅੰਨਦਾਤਾ ਖੁਸ਼ਹਾਲ ਨਹੀਂ, ਕਿਉਂਕਿ ਉਹ ਆਧਾਰ ਹੁੰਦਾ ਕਿਸੇ ਵੀ ਸਮਾਜ ਦਾ ਆਧਾਰ ਹੈ। ਰੋਟੀ ਨਹੀਂ ਹੋਏਗੀ ਤੇ ਕੰਮ ਕੀ ਕਰੋਗੇ? ਜਿੱਥੇ ਖੇਤੀਬਾੜੀ ਖੁਸ਼ਹਾਲ ਨਹੀਂ, ਖੇਤ ਖੁਸ਼ਹਾਲ ਨਹੀਂ, ਜਿੱਥੇ ਕਿਸਾਨ ਖੁਸ਼ਹਾਲ ਨਹੀਂ, ਉੱਥੇ ਤਰੱਕੀ ਦੀ ਉਮੀਦ ਕਰਨਾ ਜਿਹੜਾ ਆਪਾਂ ਕਹਿੰਦੇ ਆ ਕਿ ਸਭ ਕਾ ਸਾਥ ਸਭ ਕਾ ਵਿਕਾਸ, ਇਹ ਸਭ ਕਾ ਸਾਥ ਕਿੱਥੇ ਹੋ ਰਿਹਾ? ਇਹ ਫਿਰ ਮਾਹਿਜ ਮੈਨੂੰ ਲੱਗਦਾ ਜਿਹੜੇ ਉਹ ਕਿਹਨੂੰ ਕਹਿ ਲਈਏ ਕਿ ਬਸ ਉਹ ਰਹਿ ਜਾਂਦੇ, ਫਿਰ ਨਾਰੇ ਰਹਿ ਜਾਂਦੇ ਨੇ, ਔਰ ਬਾਕੀ ਰਹਿ ਜਾਂਦੇ ਨੇ ਜਿਹੜੇ ਉਹਨਾਂ ਦੇ ਆਪਣੇ ਫਰੈਂਡਸ ਨੇ, ਉਹਨਾਂ ਨੂੰ ਬੈਨੀਫਿਟ ਕਿਵੇਂ ਦੇਣੇ ਨੇ, ਉਹੀ ਪਾਲਿਸੀਜ਼ ਬਣਾਓ ਜਿਹੜੀਆਂ ਉਹਨਾਂ ਦੇ ਫਰੈਂਡਸ ਨੂੰ ਬੈਨੀਫਿਟ ਦਿੰਦੀਆਂ ਨੇ। ਬਾਕੀ ਤਾਂ ਆਪਾਂ ਗੱਲਾਂ ਨਾਲ ਸਾਰੇ ਲੈਣਾ ਨੇ, ਵੱਡੀਆਂ ਗੱਲਾਂ ਕਰਕੇ ਘੁਮਾ ਹੀ ਲੈਣਾ। ਖੈਰ ਮਾਹੌਲ ਹੈ ਬਣਿਆ ਹੋਇਆ, ਪਰ ਇਹ ਚੰਗਾ ਨਹੀਂ ਹੈ ਡੈਮੋਕ੍ਰੇਸੀ ਵਾਸਤੇ। ਤੁਸੀਂ ਬਿਲਕੁਲ ਕਿਹਾ ਕਿ ਜਿਹੜਾ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਫੈਬਰਿਕ ਆ, ਉਹਨੂੰ ਸੋਲਿਡ ਨਹੀਂ ਕਰਦਾ, ਉਹਨੂੰ ਕਮਜ਼ੋਰ ਕਰ ਦਿੰਦਾ। ਬਾਕੀ ਮੈਨੂੰ ਲੱਗਦਾ ਹੁਣ ਆਪਾਂ ਅੱਗੇ ਵਧੇ, ਕਿਉਂਕਿ ਸਾਡੇ ਕੋਲ ਲਿਮਿਟਡ ਸਮਾਂ ਹੁੰਦਾ, ਔਰ ਆ ਰਹੇ ਨੇ ਕੱਲ ਪ੍ਰਾਈਮ ਮਿਨਿਸਟਰ ਮੋਦੀ ਚੰਡੀਗੜ੍ਹ। ਸੋ ਉਹਨਾਂ ਨੇ ਜਿਹੜਾ ਰਿਸਰਚ ਸੈਂਟਰ ਹੈ ਹੋਮੀ ਬਾਬਾ ਕੈਂਸਰ ਹਸਪੀਟਲ, ਉਹਦੇ ਉਦਘਾਟਨ ਵਾਸਤੇ ਆਉਣਾ ਹੈ। ਤੇ ਨਿਊ ਚੰਡੀਗੜ੍ਹ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ, ਕੋਈ ਡਰੋਨਸ ਨਹੀਂ ਹੋਣਗੇ, ਕੋਈ ਨਹੀਂ ਉੱਥੇ ਹੋਏਗਾ। ਔਰ ਉੱਥੇ ਜਿਹੜਾ 에ਅਰਫੋਰਸ ਸਟੇਸ਼ਨ ਹੈ ਉਹਦੀਆਂ ਕੰਧਾਂ ਦੇ ਉੱਤੇ ਫਿਰ ਉਹੀ ਖਾਲਿਸਤਾਨ ਦੇ ਨਾਰੇ ਲਿਖੇ ਹੋਏ ਮਿਲੇ ਨੇ। ਔਰ ਗੁਰਪਤਵੰਤ ਸਿੰਘ ਪੰਨੂ ਜੋ ਵਿਦੇਸ਼ ਤੋਂ ਬੈਠੇ, ਵਿਦੇਸ਼ ਦੀ ਧਰਤੀ ਦੇ ਉੱਤੋਂ ਜੋ ਗੱਲਾਂ ਕਰਦੇ ਨੇ, ਉਹਨਾਂ ਦਾ ਨਾਮ ਫਿਰ ਤੋਂ ਇੱਕ ਵਾਰੀ ਚਰਚਾ ਦੇ ਵਿੱਚ ਹੈ ਕਿ ਸ਼ਾਇਦ ਉਹਨਾਂ ਨੇ ਹੀ ਇਹ ਅਰੇਂਜਮੈਂਟਸ ਕਰਵਾਏ ਨੇ, ਉਹਨਾਂ ਦੇ ਜਿਹੜੇ ਖਰੀਦੇ ਹੋਏ ਲੋਕ ਨੇ ਉਹ ਇਹ ਸਾਰੇ ਕਾਰਨਾਮੇ ਕਰਦੇ। ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਪੜ੍ਹਿਆ ਸੀ, ਜਦੋਂ ਫਿਰੋਜ਼ਪੁਰ ਦੀ ਗੱਲ ਹੋਈ ਸੀ, ਤੇ ਉਹ ਸਾਂਢੂ ਦੋਨਾਂ ਵਿਚਾਰੇ ਇਹੀ ਕੰਮ 'ਚ ਲੱਗੇ। ਉਹ ਕਹਿੰਦੇ ਜੀ ਅਸੀਂ ਫੈਕਟਰੀ ਜਾਂਦੇ ਹੁੰਦੇ ਸੀਗੇ,
ਤੇ ਫੈਕਟਰੀ ਬੰਦ ਹੋ ਗਈ ਕਰੋਨਾ ਦੇ ਵਿੱਚ ਤੇ ਸਾਨੂੰ ਕਿਸੇ ਨੇ ਇਹਨਾਂ ਦੇ ਨਾਲ ਜੋੜਤਾ। ਇਹ ਸਾਨੂੰ ਕਹਿੰਦੇ ਵੀ ਬਸ ਆਹ ਲਿਖ ਕੇ ਆਉਣਾ ਤੇ ਪੈਸੇ ਮਿਲ ਜਾ ਕਰਨਗੇ। ਕਿਹਾ ਉਹ ਕਿਹੜੀ ਵੱਡੀ ਗੱਲ ਆ। ਕਹਿੰਦੇ ਨਾ ਜਦੋਂ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਐਗਜ਼ੈਕਟਲੀ। ਹੁਣ ਤੁਸੀਂ ਕਿਸੇ ਗਰੀਬ ਬੰਦੇ ਨੂੰ, ਗਰੀਬ ਗੁਰਬੇ ਨੂੰ ਇੱਥੇ ਕੰਮ ਤੇ ਲਾ ਦੋਗੇ ਤਾਂ ਅਗਲਾ ਕਹੂਗਾ ਵੀ ਯਾਰ ਖਸਮਾਂ ਨੂੰ ਖਾਂਦਾ ਸਭ ਕੁਝ, ਮੈਨੂੰ ਤਾਂ ਰੋਟੀ ਚਾਹੀਦੀ ਆ। ਹੁਣ ਉਹ ਸੀਨ ਮੈਨੂੰ ਸ਼ਾਇਦ ਲੱਗਦਾ ਕਿ ਗੁਰਪੰਥ ਪੰਨੂ ਵੀ ਜਿਹੜਾ ਨੇ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਸਟਰੀਮ ਲਾਈਨ ਆ। ਚਲੋ ਉਹ ਲਿਖ ਦਿੱਤੇ, ਪਰ ਇੱਕ ਵਾਰ ਫਿਰ ਤੋਂ ਇਹ ਹੁਣ ਇੰਪੋਰਟੈਂਟ ਕਿਉਂ ਆ? ਕਿਉਂ ਇੰਪੋਰਟੈਂਟ ਲੱਗਦਾ ਤੁਹਾਨੂੰ ਇਹ ਜਿਹੜਾ PM ਸਾਹਿਬ ਦਾ ਆਉਣਾ ਆ? ਕਿਉਂਕਿ ਫਿਰੋਜ਼ਪੁਰ ਤੋਂ ਬਾਅਦ ਇਹ ਦੂਸਰੀ ਵਾਰ ਹੈ, ਮਤਲਬ ਫਿਰੋਜ਼ਪੁਰ ਤੋਂ ਬਾਅਦ ਪਹਿਲੀ ਵਾਰ ਆ ਰਹੇ ਨੇ ਉਹ। 5 जनवरी ਨੂੰ ਆਏ ਸੀ ਜਦੋਂ ਸਿਕਿਉਰਿਟੀ ਬ੍ਰੀਚ ਹੋਈ ਸੀ। ਕਹਿੰਦੇ ਸੀ ਸਿਕਿਉਰਿਟੀ ਬ੍ਰੀਚ ਹੋ ਗਈ ਔਰ ਆਪਣੇ PM को CM को बता देना ਤੇ ਮੈਂ ਬਾਲ ਬਚ ਗਿਆ। ਜਾਂਦੇ ਵਾਰੀ ਕਹਿ ਕੇ ਸੀ ਮੈਂ ਜ਼ਿੰਦਾ ਚਲਾ ਗਿਆ ਨਾ। ਤਾਂ ਕੁਝ ਤੁਸੀਂ ਹੁਣ ਹਿਸਾਬ ਲਾ ਲਓ, ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਉਸ ਟਾਈਮ ਬੜਾ ਡਰਾਮਾ ਹੋ ਗਿਆ ਸੀ। ਕੋਈ ਕਹਿੰਦੇ ਜੀ ਰੈਲੀ ਦੇ ਵਿੱਚ ਲੋਕ ਹੀ ਨਹੀਂ ਸੀਗੇ ਜਿਹੜੇ ਵਾਕਈ ਹੈ ਨਹੀਂ ਸੀਗੇ, ਇਸ ਕਰਕੇ ਵੀ ਚਲੇ ਗਏ ਸੀਗੇ। PM ਸਾਹਿਬ ਦਾ ਆਉਣਾ ਪੰਜਾਬ ਨੂੰ ਇੱਦਾਂ ਟਾਰਗੇਟ ਕੀਤਾ ਜਾ ਰਿਹਾ। ਪੰਜਾਬ ਨੂੰ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੀ ਡਾਇਮੈਂਸ਼ਨ ਬਹੁਤ ਵੱਖਰੀ ਹੈ। ਪੰਜਾਬ ਦੇ ਲੋਕਾਂ ਦਾ ਰੁਤਬਾ ਬਹੁਤ ਵੱਖਰਾ ਹੈ। ਤੁਸੀਂ ਪੂਰੇ ਭਾਰਤ ਦੀ ਗੱਲ ਕਰ ਲਓ, ਪੂਰੇ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਹੁਣ BJP ਹੈ, ਥੋੜ੍ਹੀਆਂ ਜਿਹੀ ਸਟੇਟ ਨੂੰ ਛੱਡ ਕੇ, ਜਿਹਦੇ ਵਿੱਚ ਅਸੀਂ ਕਹਿ ਲਈਏ ਪੰਜਾਬ ਇੱਕ ਆ। ਪੰਜਾਬ ਹਮੇਸ਼ਾ ਹੀ ਮੁਖਤਲਿਫ ਹੈ, ਪੰਜਾਬ ਦੇ ਲੋਕਾਂ ਦਾ ਸੁਭਾਅ ਵੱਖਰਾ ਹੈ। ਪਰ ਹੁਣ BJP ਦੀ ਜਿਹੜੀ ਸੈਫਰਨ ਵੇਵ ਆ ਨਾ, ਪੰਜਾਬ ਵੱਲ ਵਧਣੀ ਸ਼ੁਰੂ ਹੋ ਗਈ। ਪੰਜਾਬ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਹਿਲਾਂ ਆਪਾਂ ਦੇਖੀਏ ਕਿ ਜਦੋਂ ਪਹਿਲਾਂ ਇਹਨਾਂ ਦਾ 2014 ਦੇ ਵਿੱਚ ਇਹਨਾਂ ਦੀ ਸੀਗੀ ਸਰਕਾਰ, ਉਦੋਂ ਪੰਜਾਬ ਦੇ ਉੱਤੇ ਇਹਨਾਂ ਜ਼ੋਰ ਨਹੀਂ ਸੀਗਾ। ਇੱਕ ਵਾਰੀ ਵੀ ਨਹੀਂ ਸਾਡੇ ਹੋਮ ਮਿਨਿਸਟਰ ਸਾਹਿਬ ਸਾਡੇ ਪੰਜਾਬ ਆਏ ਸੀਗੇ। ਹੁਣ ਤੁਸੀਂ ਦੇਖ ਲਓ ਕਿੰਨੀ ਵਾਰੀ ਇੱਥੇ ਪੰਜਾਬ ਆ ਕੇ, ਕਿੰਨੀ ਵਾਰ ਆ ਗਏ ਪੰਜਾਬ। ਇਹ ਆਪਣੇ ਆਪ ਦੇ ਵਿੱਚ ਚੁਣੌਤੀ ਆ ਵੀ ਹੁਣ ਪੰਜਾਬ ਕੈਪਚਰ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਏ ਹੁੱਕ ਬਾਏ ਕਰੁੱਕ, ਜਿਵੇਂ ਅਸੀਂ ਬਾਕੀ ਸਟੇਟਾਂ ਦੇ ਵਿੱਚ ਕਰਦੇ ਹਾਂ, ਅਸੀਂ ਇਹਨੂੰ ਵੀ ਕਰ ਲੈਣਾ। ਫਿਲਹਾਲ ਹਾਲੇ ਸੌਫਟ ਗੇਮ ਚੱਲ ਰਹੀ ਹੈ, ਹਾਰਡ ਗੇਮ ਸਾਨੂੰ ਵੇਖਣ ਨੂੰ ਮਿਲ ਜਾਊਗੀ ਜੇ ਅਸੀਂ ਸੌਫਟ ਗੇਮ ਦੇ ਲਾਲਚ ਦੇ ਵਿੱਚ ਜਾਂ ਝਾਂਸੇ ਦੇ ਵਿੱਚ ਨਹੀਂ ਆਏ। 7000 ਫੌਜੀ ਲਾਏ ਆ ਜੀ, ਕਹਿੰਦੇ ਪੈਰਾਮਿਲਟਰੀ ਫੋਰਸਿਸ ਆ, ਬੜੀਆਂ ਸਪੈਸ਼ਲ ਫੋਰਸਿਸ ਆ ਰਹੀਆਂ। 11 ਤੋਂ ਵੱਧ ਜਿਹੜੇ ਹੈਲੀਪੈਡ ਬਣਾਏ ਨੇ, 3 ਉਸ ਹਸਪੀਟਲ ਦੇ ਸਾਹਮਣੇ ਬਣਾਏ ਨੇ। ਐਮਰਜੈਂਸੀ ਲੈਂਡਿੰਗਸ ਦਾ ਜਿਹੜਾ ਉਹ ਵੱਖਰੇ ਤਰੀਕੇ ਤੋਂ ਦੇਖਿਆ ਗਿਆ ਆ। ਐਵਰੀਥਿੰਗ ਇਜ਼ ਬਾਏ ਹੁੱਕ ਬਾਏ ਕਰੁੱਕ ਜਿਹੜਾ ਰੈਡੀ ਆ। ਦੇਖਦੇ ਹਾਂ ਕੱਲ ਇਸ ਤੋਂ ਇਲਾਵਾ ਕੱਲ ਪੰਜਾਬ ਦੇ ਲਈ ਹੁਣ ਵੱਡਾ ਪੈਕੇਜ ਆਉਂਦਾ ਕਿ ਨਹੀਂ ਆਉਂਦਾ। ਕਹਿੰਦੇ ਸੀ ਫਿਰੋਜ਼ਪੁਰ ਦੇ ਟਾਈਮ ਤੇ ਤੁਸੀਂ ਪੰਜਾਬ ਦੇ ਲਈ ਬੜੀ ਵੱਡੀ ਓਪਰਚੁਨਿਟੀ ਖੋ ਦਿੱਤੀ ਆ, ਖੁੰਝ ਗਏ ਹੋ। ਹੁਣ ਦੇਖਦੇ ਹਾਂ ਅਸੀਂ ਉਹ ਖੁੰਝੀ ਹੋਈ ਓਪਰਚੁਨਿਟੀ ਹੁਣ ਇੱਕ ਵਾਰ ਫੇਰ ਆ ਰਹੇ ਨੇ। ਆਪਾਂ ਕਹਿੰਦੇ ਸੈਂਟਾ ਕਲੌਜ਼ ਆ ਰਹੇ ਨੇ, ਕੀ ਪਤਾ ਉਹ ਪੰਜਾਬ ਦੇ ਲਈ ਗਿਫਟ ਲੈ ਕੇ ਆਉਣ ਕਿ ਕੀ ਹੋਣ। ਇੱਕ ਨਾ ਖੈਰਾ ਸਾਹਿਬ ਇੱਕ ਗੱਲ ਹੋਰ ਆਉਂਦੀ ਪਈ ਹੈ ਜੋ ਐਕਸਪਰਟਸ ਮੰਨਦੇ ਨੇ ਕਿ ਜੋ ਇਹ ਥਾਂ ਦੇ ਉੱਤੇ ਇੱਦਾਂ ਦੇ ਨਾਅਰੇ ਲਿਖੇ ਮਿਲਦੇ ਨੇ, ਗੁਰਪਤਵੰਤ ਪੰਨੂ ਜਾਂ ਹੋਰ ਕਈ ਇੱਦਾਂ ਦੇ ਜੋ ਪਪੂਲਰ ਨਾਮ ਨੇ ਉਹਨਾਂ ਦਾ ਅਸੀਂ ਨਾਂ ਲੈ ਲੈਂਦੇ ਹਾਂ, ਪਰ ਇਹ ਨਾ ਹੋਵੇ ਕਿ ਕੋਈ ਗਰੁੱਪਸ ਇੱਥੇ ਹੀ ਬੈਠੇ ਹੋਏ ਨੇ ਜਿਨ੍ਹਾਂ ਦਾ ਉਹਨਾਂ ਬਾਹਰ ਬੈਠੇ ਵਿਦੇਸ਼ੀ ਲੋਕਾਂ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਔਰ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇਹਦੇ ਪਿੱਛੇ ਕੋਈ ਪੋਲੀਟੀਕਲ ਮੋਟਿਵ ਹੈ ਜਾਂ ਕੋਈ ਹੋਰ ਮੋਟਿਵ ਹੈ? ਸੰਜੀਵ ਜੀ, ਮੋਸਟ ਆਫ ਦਾ ਟਾਈਮ ਜਿਹੜਾ ਨਾ ਕਹਿ ਲਈਏ ਕਿ ਜ਼ਿਆਦਾਤਰ ਟਾਈਮ ਜਿਹੜਾ ਨਾ ਉਹ ਉਹਨਾਂ ਨੇ ਆ ਕੇ ਜ਼ਿੰਮੇਵਾਰੀਆਂ ਵੀ ਲਈਆਂ ਜਿਨ੍ਹਾਂ ਦੀ ਆਪਾਂ ਮੋਸਟ ਆਫ ਦਾ ਟਾਈਮ ਜ਼ਿੰਮੇਵਾਰੀਆਂ ਲਈਆਂ। ਫਿਰ ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਕਿ ਹਰ ਵਾਰ ਤੁਹਾਨੂੰ ਪਤਾ ਕਿ ਜੰਗਲ 'ਚੋਂ ਸ਼ੇਰ ਹੀ ਨਿਕਲਣਾ ਆ, ਤਾਂ ਫਿਰ ਸ਼ੇਰ ਹੀ ਹੁੰਦਾ ਆ। ਚਾਹੇ ਉਹ ਕਈ ਵਾਰੀ ਕਹਿੰਦੇ ਨੇ ਉਹਦੇ ਵਿੱਚ ਮੁਕਾਦੜ ਜਾਂ ਕੋਈ ਹੋਰ ਵੀ ਬਹੁਤ ਗਹਿਰੀ ਸਾਜ਼ਿਸ਼ ਕਰ ਜਾਵੇ ਨਾ ਤਾਂ ਬਚ ਜਾਂਦਾ। ਬਹੁਤ ਘੱਟ ਚਾਂਸ ਹੁੰਦੇ ਬਚਣ ਦੇ ਲਈ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ। ਪਰ ਜਦੋਂ ਆਪਾਂ ਕਹਿੰਦੇ ਨਾ ਕਿ ਜ਼ਿਆਦਾਤਰ ਟਾਈਮ ਕਿਸੇ ਨੇ ਕੀਤਾ ਤਾਂ ਆਪਾਂ ਉਹਨੂੰ ਕਹਿੰਦੇ ਉਹਦਾ ਕਰੈਕਟਰ ਹੀ ਇੱਦਾਂ ਦਾ। ਗੱਲ ਇਹ ਹੈ ਨਾ ਕਿ ਜਿਹੜੇ ਮਾਹਿਰ ਇਹ ਗੱਲ ਮੰਨਦੇ ਨੇ ਉਹ ਇਹ ਕਹਿੰਦੇ ਨੇ ਕਿ ਠੀਕ ਹੈ ਅਸੀਂ ਇੱਦਾਂ ਜਿਹੜੇ ਬਾਹਰ ਵਿਦੇਸ਼ੀ ਧਰਤੀ 'ਤੇ ਬੈਠੇ ਨੇ ਐਕਟੀਵੇਟ ਨੇ ਉਹਨਾਂ ਦਾ ਨਾਂ ਲੈਂਦੇ ਹਾਂ, ਪਰ ਇਹ ਨੁਕਤਾ ਵੀ ਹੈ, ਇਹਨੂੰ ਵੀ ਜ਼ਰੂਰ ਇਨਵੈਸਟੀਗੇਸ਼ਨ 'ਚ ਲੈ ਕੇ ਆਓ ਕਿ ਕਿਤੇ ਪੰਜਾਬ ਵਿੱਚ ਤਾਂ ਨਹੀਂ ਕੋਈ ਇੱਦਾਂ ਦਾ ਗਰੁੱਪ ਬੈਠਾ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੋਵੇ। ਕਿਉਂਕਿ ਜਦੋਂ ਦੀ ਮਾਨ ਸਰਕਾਰ ਬਣੀ ਹੈ ਉਸ ਤੋਂ ਬਾਅਦ ਇਹ ਜ਼ਿਆਦਾ ਹੋ ਗਿਆ, ਐਕਟੀਵੇਟ ਜ਼ਿਆਦਾ ਹੋ ਗਈਆਂ ਨੇ, ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ। ਕਿਤੇ ਪੰਜਾਬ ਦੇ ਅੰਦਰ ਤਾਂ ਨਹੀਂ ਕੋਈ ਇੱਦਾਂ ਦਾ ਗਰੁੱਪ ਬੈਠਾ ਜਿਹੜਾ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦਾ ਹੋਵੇ, ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੋਵੇ, ਕੋਈ ਹੋਰ ਪੋਲੀਟੀਕਲ ਗੇਮ ਚੱਲਦੀ ਹੋਵੇ। ਇਹ ਵੀ ਜ਼ਰੂਰ ਇਨਵੈਸਟੀਗੇਟ ਕੀਤਾ ਜਾਵੇ ਕਿਉਂਕਿ ਇਹ ਸਿਕਿਉਰਿਟੀ ਦਾ ਮਾਮਲਾ ਹੈ, ਕਿਉਂਕਿ ਬਾਰਡਰ ਸਟੇਟ ਆ ਤੇ ਹਾਈ ਸਿਕਿਉਰਿਟੀ ਦਾ ਮਾਮਲਾ ਹੈ ਔਰ ਬਹੁਤ ਸੈਂਸਿਟਿਵ ਹੈ। ਔਰ ਅਸੀਂ ਪਹਿਲਾਂ ਵੀ ਬਹੁਤ ਕੁਝ ਦੇਖ ਚੁੱਕੇ ਹਾਂ, ਪੰਜਾਬ ਦੇ ਅੰਦਰ ਅਣਸੁਖਾਵੀਆਂ ਘਟਨਾਵਾਂ ਹੋਈਆਂ ਨੇ, ਤਾਂ ਇਸ ਚੀਜ਼ ਨੂੰ ਧਿਆਨ 'ਚ ਦੇਖਦੇ ਹੋਏ ਇਸ ਪੁਆਇੰਟ ਦੇ ਉੱਤੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਐਕਸਪਰਟਸ ਇਹ ਵੀ ਥਾਟ ਰੱਖਦੇ ਨੇ ਜੀ। ਸੋ ਅੱਗੇ ਵਧੀਏ, ਆਪਾਂ ਬਾਕੀ ਵਧਣਾ ਚਾਹੀਦਾ। ਔਰ ਮੈਨੂੰ ਲੱਗਦਾ ਜੇ ਆਪਾਂ ਗੱਲ ਕਰ ਹੀ ਰਹੇ ਹਾਂ, CM ਸਾਹਿਬ ਦੀ ਕਰ ਲਈ, PM ਸਾਹਿਬ ਦੀ ਗੱਲ ਕਰ ਲਈ ਆ, ਤੇ ਫਿਰ ਮਹਾਪੰਚਾਇਤ ਦੀ ਵੀ ਗੱਲ ਕਰ ਲੈਂਦੇ ਹਾਂ। ਉਹਦੇ ਵਿੱਚ ਰਕੇਸ਼ ਟਕੈਤ ਤੇ ਡਾਕਟਰ ਦਰਸ਼ਨਪਾਲ ਹੁਣੀ ਛੜੇ ਉਹ ਨਜ਼ਰ ਨਹੀਂ ਆਏ। ਕਿਉਂ ਨਹੀਂ ਆਏ ਸੰਜੀਵ ਜੀ, ਇਹ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਆਏ? ਦੇਖੋ ਇਸ ਸੀਨ 'ਚੋਂ ਗਾਇਬ ਹੋਣ ਦਾ ਮਤਲਬ ਤਾਂ ਮੋਸਟਲੀ ਇਹੀ ਹੁੰਦਾ ਕਿ ਮਨ ਮੁਟਾਵ, ਕੋਈ ਤਲਖੀਆਂ, ਅਕਸਰ ਮਤਲਬ ਨਹੀਂ। ਆਪਾਂ ਇੱਥੇ ਫੈਕਟ ਤੇ ਗੱਲ ਕਰਨੀ, ਆਪਾਂ ਮਤਲਬ ਥੋੜੀ ਦੱਸਣਾ ਹੈ। ਫੈਕਟਸ ਇਹ ਹੈ ਕਿ ਸੁਣਨ 'ਚ ਤਾਂ ਇਹੀ ਆ ਰਿਹਾ, ਬਲਕਿ ਸੁਣਨ 'ਚ ਕੀ ਆ ਰਿਹਾ ਕਿ ਨਿਊਜ਼ ਇਹ ਹੈ ਕਿ ਕੁਝ ਇੱਦਾਂ ਦੀ ਬਿਆਨਬਾਜ਼ੀ, ਕੁਝ ਇੱਦਾਂ ਦਾ ਸ਼ਬਦਾਂ ਦਾ ਇਸਤੇਮਾਲ ਟਕੈਤ ਸਾਹਿਬ ਦੇ ਖਿਲਾਫ ਵੀ ਹੋਇਆ ਜੋ ਕਿ ਅਨਪਾਰਲੀਮੈਂਟਰੀ
ਲੈਂਗੁਏਜ ਆ ਜੋ ਕਿ ਸਭ्य ਸਮਾਜ ਦੇ ਵਿੱਚ ਨਹੀਂ ਹੋਣਾ ਚਾਹੀਦਾ, ਡੈਮੋਕ੍ਰੇਸੀ 'ਚ ਨਹੀਂ ਹੋਣਾ ਚਾਹੀਦਾ, ਕਿਉਂਕਿ ਸੀਨੀਅਰ ਆਗੂ ਨੇ ਔਰ ਉਹਨਾਂ ਦਾ ਉਹ ਰੋਲ ਜਦੋਂ ਆਪਾਂ ਦੇਖਦੇ ਆ ਕਿ ਇੱਕਦਮ ਇੱਦਾਂ ਲੱਗਦਾ ਸੀ ਜਿਹੜਾ ਕਿਸਾਨ ਅੰਦੋਲਨ ਹੈ ਫੇਲ ਹੋ ਜਾਣਾ, ਪਰ ਉਹ ਜੋ ਉਹਨਾਂ ਨੇ ਉਸ ਵਕਤ ਰੋਏ ਨੇ, ਉਹਨਾਂ ਦੇ ਹੰਝੂ ਜੋ ਟਵਿਸਟ ਹੋਇਆ ਹੈ ਉਹ ਹੋਰ ਸਟਰੋਂਗ ਹੋ ਕੇ ਨਿਕਲੇ ਨੇ ਔਰ ਜ਼ਿਆਦਾ ਸਟਰੋਂਗ ਹੋ ਕੇ ਕਿਸਾਨ ਅੰਦੋਲਨ ਉੱਭਰ ਕੇ ਸਾਹਮਣੇ ਆਇਆ, ਲੋਕਾਂ ਨੇ ਜ਼ਿਆਦਾ ਸਪੋਰਟ ਕੀਤੀ। ਉਹ ਟਕੈਤ ਸਾਹਿਬ ਦਾ ਰੋਲ ਸਾਨੂੰ ਨਹੀਂ ਭੁੱਲਣਾ ਚਾਹੀਦਾ। ਔਰ ਪਿੱਛੇ ਜੇ ਉਹਨਾਂ ਨਾਲ ਬਦਤਮੀਜ਼ੀ ਵੀ ਹੋਈ ਸੀ, ਕਿਸੇ ਨੇ ਸਿਆਹੀ ਵੀ ਡੋਲ ਦਿੱਤੀ ਸੀ ਉਹਨਾਂ ਦੇ ਉੱਤੇ। ਨਹੀਂ, ਆਪਾਂ ਇਹਨੂੰ ਕਹਿੰਦੇ ਜਦੋਂ ਤੁਸੀਂ ਕਹਿੰਦੇ ਨਾ ਵੀ ਜਦੋਂ ਤੁਸੀਂ ਕੋਲਿਆਂ ਦੀ ਖਦਾਨ ਦੇ ਵਿੱਚ ਵੜਨਾ ਨਾ ਤੇ ਕਾਲੇ ਹੋ ਕੇ ਨਿਕਲ ਕੇ ਆਉਣਾ ਤੁਸੀਂ, ਉਹ ਤਾਂ ਹੈ ਹੀ ਹੈ ਨਾ। ਇਹ ਨਹੀਂ ਹੈਗਾ ਤੁਸੀਂ ਚਾਹੇ ਚਿੱਟੇ ਨਕੋਰ ਕੱਪੜੇ ਪਾ ਦਿਓ, ਉਹਤੇ ਤੇ ਪੈਣਾ ਕੋਲਾ। ਫਿਰ ਜਦੋਂ ਤੁਸੀਂ ਸੰਘਰਸ਼ ਕਰਦੇ ਆ ਨਾ, ਸੰਘਰਸ਼ ਦੇ ਵਿੱਚ ਬੜੀਆਂ ਉੱਚੀਆਂ ਥੱਲੀਆਂ ਨੀਵੀਆਂ ਗੱਲਾਂ ਹੋਣੀਆਂ ਹੀ ਹੋਣੀਆਂ, ਜ਼ਿਆਦਾ ਹੋਣੀਆਂ ਨੇ। ਖੈਰ ਪਿੰਡ ਦੇ ਮੋਹਤਵਾਰ ਵਾਲੀ ਗੱਲ ਕਰ ਲਓ ਨਾ, ਪਿੰਡ 'ਚ ਕੋਈ ਮੋਹਤਵਾਰ ਹੁੰਦਾ, ਚੰਗਾ ਮੋਹਤਵਾਰ ਮੈਂ ਕਹਿੰਦਾ, ਉੱਦਾਂ ਤਾਂ ਮੋਹਤਵਾਰ ਬਥੇਰੇ ਹੁੰਦੇ ਆ, ਕੜਮ ਚੌਧਰੀ ਹੈ ਨਾ। ਮੋਹਤਵਾਰ ਜਿਹੜਾ ਚੰਗਾ ਮੋਹਤਵਾਰ ਹੁੰਦਾ ਨਾ, ਤੇ ਉਹ ਕੰਮ ਚੰਗਾ ਵੀ ਕਰੀ ਜਾਵੇ, ਜਿਹਨੇ ਨਿੰਦਣਾ ਉਹਨੇ ਨਿੰਦਣਾ, ਉਹ ਇਹ ਪੈਸੇ ਖਾ ਗਿਆ, ਉਹ ਇਹਨੇ ਆਹ ਕਰ ਲਿਆ, ਉਹਨੇ ਉਹ ਕਰ ਲਿਆ। ਫੈਕਟਸ ਨਹੀਂ ਹੁੰਦੇ ਉਹਦੇ ਕੋਲੇ ਫੈਕਟਸ ਨਹੀਂ ਹੁੰਦੇ। ਅਗਲਾ ਫੈਕਟ ਰੱਖਦਾ ਜਿਹੜਾ ਚੰਗਾ ਬੰਦਾ ਹੁੰਦਾ, ਉਹ ਜਿਸ ਦਿਨ ਪੰਚਾਇਤ ਹੁੰਦੀ ਆ ਵੀ ਜਾਂ ਸੰਗਰਾਂਦ ਹੁੰਦੀ, ਅਗਲਾ ਸਾਰਾ ਕੱਢ ਕੇ ਮਾਰਦਾ ਵੀ ਆਹ ਦੇਖੋ ਇੱਥੇ ਤੇ ਮੈਂ ਪੈਸੇ ਖਰਚੇ, ਇੰਨੇ ਪੈਸੇ ਸੀ, ਵੀ ਤੁਸੀਂ ਹੁਣ ਬੋਲੋ। ਉਹ ਗੱਲ ਨਹੀਂ ਹੈਗੀ ਉਹਨਾਂ ਨੂੰ, ਕਿਉਂਕਿ ਜਿਹੜੀ ਤੁਸੀਂ ਸ਼ਬਦਾਵਲੀ ਦੀ ਗੱਲ ਕਰਦੇ, ਕਿਉਂਕਿ ਉਹ ਸ਼ਬਦਾਵਲੀ ਉਹਨਾਂ ਦੇ ਆਪਣਿਆਂ ਨੇ ਨਹੀਂ ਕੀਤੀ। ਸ਼ਾਇਦ ਮੇ ਵੀ ਆਪਾਂ ਕਹਿ ਲਈਏ ਕਿ ਸਿਹਤ ਵੀ ਨਾਸਾਜ ਹੋ ਸਕਦੀ, ਕਿਉਂਕਿ ਦਰਸ਼ਨਪਾਲ ਵੀ ਜਿਹੜੇ ਨੇ ਉਹ ਉਸ ਸਟੇਜ ਦੇ ਵਿੱਚ ਨੇ, ਡਾਕਟਰ ਦਰਸ਼ਨਪਾਲ ਹੋਣੀ ਵੀ ਜਿਹੜੇ ਨਾਜ਼ੁਕ ਹੋ ਜਾਂਦੀ ਸੀ, ਤਾਂ ਰਕੇਸ਼ ਟਕੈਤ ਨੂੰ ਹੁਣਾਂ ਨੂੰ ਵੀ ਕੋਈ ਕੰਮ ਹੋ ਸਕਦਾ, ਨਿੱਜੀ ਕੰਮ ਵੀ ਕਈ ਪੈ ਸਕਦੇ ਆ। ਪਰ ਵੱਡੀ ਗੱਲ ਇਹ ਆ ਕਿ ਅਜੇ ਮਿਸ਼ਰਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਹੋਮ ਮਿਨਿਸਟਰੀ ਜਿਹੜੇ ਮਿਨਿਸਟਰ ਰਹਿ ਚੁੱਕੇ ਨੇ ਬੀਜੇਪੀ ਦੇ, ਹੈ ਨਾ, ਤੇ ਉਹ ਕਹਿੰਦੇ ਆ, ਇੱਕ ਕਿਤੇ ਲਖਨਊ ਕਿਸੇ ਨੂੰ ਭਾਸ਼ਣ ਦੇ ਰਹੇ ਸੀ ਬੀਜੇਪੀ ਵਾਲੇ ਆਗੂਆਂ ਨੂੰ, ਤੇ ਉਹ ਕਹਿੰਦੇ ਆ ਵੀ ਜਦੋਂ ਸ਼ੇਰ ਜਾਂਦਾ ਨਾ ਤੇ ਬੜੇ ਸਾਰੇ ਲੋਕੀ ਭੌਂਕਦੇ ਰਹਿੰਦੇ ਆ, ਬਹੁਤ ਕੁਝ ਹੁੰਦਾ ਆ। ਰਕੇਸ਼ ਟਕੈਤ ਹੁਣ ਵਰਗਿਆਂ ਨੂੰ ਕਹਿੰਦਾ ਮੈਂ ਟਿੱਚ ਨਹੀਂ ਜਾਣਦਾ, ਇਹਨਾਂ ਦੀ ਵੈਲਿਊ ਕੀ ਹੈ, ਇਹਨਾਂ ਦੀ ਔਕਾਤ ਕੀ ਹੈ। ਇਹ ਆ ਪਹਿਲਾਂ ਵੀ ਉਹ ਬੋਲ ਚੁੱਕੇ ਨੇ। ਦੇਖੋ ਔਕਾਤ ਤੇ ਟਿੱਚ ਨਹੀਂ ਜਾਣਦਾ। ਪਰ ਗੱਲ ਇਹ ਹੈ ਨਾ ਕਿ ਇਹ ਉਹੀ ਰਕੇਸ਼ ਟਕੈਤ ਹੈ ਜਿਨ੍ਹਾਂ ਨੇ ਤੁਹਾਨੂੰ ਮਜਬੂਰ ਕਰ ਦਿੱਤਾ ਸੀ ਵੀ ਤੁਹਾਡਾ ਮੁੰਡਾ ਜਿਹੜਾ ਤੁਸੀਂ ਕਹਿੰਦੇ ਸੀ ਵੀ ਉਹ ਕਦੇ ਵੀ ਨਹੀਂ ਜਾਊਗਾ, ਉਹਨੂੰ ਜਾ ਕੇ ਸਲਾਖਾਂ ਦੇ ਪਿੱਛੇ ਬਿਠਾ ਦਿੱਤਾ। ਅਜੇ ਤੱਕ ਕਿ ਸੁਪਰੀਮ ਕੋਰਟ ਹੁਣਾਂ ਨੇ ਵੀ, ਜਿਹੜਾ ਮਾਣਯੋਗ ਸਾਡੀ ਸੁਪਰੀਮ ਕੋਰਟ ਹੈ, ਉਹਨਾਂ ਨੇ ਵੀ ਸਾਥ ਦਿੱਤਾ ਕਿਸਾਨਾਂ ਦਾ, ਔਰ ਬਹੁਤ ਹੱਦ ਤੱਕ ਕਿਸਾਨ ਸਫਲ ਰਹੇ। ਉਹ ਗੱਲ ਵੱਖਰੀ ਕਿ ਪੋਲੀਟੀਕਲ ਪ੍ਰੈਸ਼ਰ ਸਾਨੂੰ ਦਿਖਦਾ ਹੈ ਬੜੀਆਂ ਚੀਜ਼ਾਂ ਦੇ ਵਿੱਚ ਹੈਗਾ ਕਿ ਅਸੀਂ ਸਿਰੇ ਤੱਕ ਨਹੀਂ ਪਹੁੰਚੇ, ਪਰ ਸਿਰੇ ਤੱਕ ਪਹੁੰਚ ਜਾਵਾਂਗੇ, ਕਿਉਂਕਿ ਜਿੱਦਾਂ ਮਹਾਪੰਚਾਇਤ ਦਾ ਖੌਅ ਪਿਆ ਗਿਆ, ਮੈਨੂੰ ਲੱਗਦਾ ਕਿ ਹੋਊਗਾ। ਹਾਲਾਂਕਿ ਦਿੱਲੀ ਦੇ ਵਿੱਚ ਕੱਲ੍ਹ ਲੋਕਾਂ ਨੂੰ ਬੜੀ ਔਖੜ ਵੀ ਹੋਈ, ਔਰ ਕਿਸਾਨਾਂ ਨੂੰ ਖਾਸ ਕਰਕੇ ਬਹੁਤ ਔਖੜ ਹੋਈ। ਜਿਹੜੇ ਜਾ ਰਹੇ ਸੀ ਮਹਾਪੰਚਾਇਤ ਦਿੱਲੀ, ਉਹਨਾਂ ਨੂੰ ਬੜੀ ਥਾਂ ਰੋਕਿਆ ਗਿਆ, ਬੜੀਆਂ ਗੱਡੀਆਂ ਦੀ ਪੁੱਛ ਪੜਤਾਲ। ਬਿਲਕੁਲ ਹੈ। ਪਿਛਲੀ ਵਾਰ ਵੀ ਜਦੋਂ ਕਿਸਾਨ ਅੰਦੋਲਨ ਵਾਸਤੇ ਵੀ ਜਾ ਰਹੇ ਸੀ, ਉਦੋਂ ਵੀ ਬਹੁਤ ਕੁਝ ਹੋਇਆ ਸੀ, ਬੈਰੀਕੇਡਸ ਵੀ ਹੋਏ ਸੀਗੇ, ਔਰ ਉਹ ਤਾਂ ਹਮੇਸ਼ਾ ਸਾਡੀਆਂ ਪਾਰਲੀਮੈਂਟ ਦੇ ਵਿੱਚ ਵੀ ਡਿਸਕਸ਼ਨਸ ਰਹੀਆਂ ਨੇ ਕਿ ਇੰਡੀਆ ਅਤੇ ਪਾਕਿਸਤਾਨ ਦਾ ਬਾਰਡਰ ਹੈ, ਜਿੱਥੇ ਜਿਹੜੇ ਵੱਡੀਆਂ ਸਲਾਖਾਂ ਲਗਾ ਦਿੱਤੀਆਂ ਨੇ, ਪਤਾ ਨਹੀਂ ਕੀ ਕੁਝ ਕੀਤਾ ਗਿਆ। ਖੈਰ ਇਹ ਚੀਜ਼ਾਂ ਤਾਂ ਹੁੰਦੀਆਂ ਨੇ, ਜਦੋਂ ਸੱਚ ਦੀ ਰਾਹ 'ਤੇ ਤੁਰੋ ਤਾਂ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਹੀ ਆਉਣਗੀਆਂ। ਔਰ ਆਗੂ ਹੋਣਾ, ਜੈਨੂਅਨ ਆਗੂ ਹੋਣਾ ਆਪਣੇ ਆਪ ਵਿੱਚ ਬਹੁਤ ਵੱਡਾ ਚੈਲੰਜ ਹੁੰਦਾ, ਕਿਉਂਕਿ ਹਮੇਸ਼ਾ ਤੁਹਾਨੂੰ ਵਿਰੋਧ ਜ਼ਿਆਦਾ ਮਿਲੇਗਾ, ਤੁਹਾਡੇ ਸਾਥੀ ਬਹੁਤ ਘੱਟ ਮਿਲਣਗੇ, ਇੱਕ ਸੋਚ ਦੇ ਬੰਦੇ ਬਹੁਤ ਘੱਟ ਮਿਲਣਗੇ। ਇਸ ਕਰਕੇ ਟਕੈਤ ਸਾਹਿਬ ਨੂੰ ਵੀ ਬੜਾ ਟਿਕ ਕੇ ਰਹਿਣਾ ਪੈਣਾ ਤਾਂ ਜਾ ਕੇ ਕੰਮ ਚੱਲਣਾ ਜੀ। ਸੋ ਬਾਕੀ ਕਿਸਾਨੀ ਦੇ ਮੁੱਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜਿੰਨੀ ਜਲਦੀ ਸੋਲਵ ਹੋਣ, ਭਾਵੇਂ ਉਹ ਸਟੇਟ ਗੌਰਮੈਂਟ ਹੈ, ਕਿਸੇ ਵੀ ਸਟੇਟ ਦੀ ਗੌਰਮੈਂਟ ਹੈ ਪੂਰੇ ਭਾਰਤ ਦੇ ਵਿੱਚ, ਜਾਂ ਸੈਂਟਰ ਗੌਰਮੈਂਟ ਹੈ ਸਾਡੀ, ਕਿਸਾਨਾਂ ਦੇ ਮੁੱਦੇ ਜ਼ਰੂਰ ਸੋਲਵ ਹੋਣੇ ਚਾਹੀਦੇ ਨੇ। ਖੁਦਕੁਸ਼ੀਆਂ, ਪਤਾ ਨਹੀਂ ਕੀ ਕੁਝ ਸਹਿਣਾ ਪੈਂਦਾ ਪਿਆ, ਇਹ ਜ਼ਰੂਰ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਨੇ। ਜੋ ਖੇਤੀਬਾੜੀ ਦੇ ਉੱਤੇ ਨਾ ਇਸ ਵਕਤ ਬਣਿਆ ਪਿਆ, ਦੂਜਾ ਕਲੋਨੀਜ਼ ਜਿਹੜੀਆਂ ਬਣਦੀਆਂ ਪਈਆਂ ਨੇ, ਉਹਨਾਂ ਨੇ ਤਾਂ ਖੇਤੀਬਾੜੀ ਬਿਲਕੁਲ ਹੀ ਛਿੱਕੇ ਟੰਗ ਦਿੱਤੀ ਹੈ ਨਾ। ਇੰਨੀਆਂ ਕਲੋਨੀਜ਼ ਔਰ ਖੇਤੀਬਾੜੀ ਦੇ ਹੇਠਾਂ ਜ਼ਮੀਨ ਘਟਦੀ ਪਈ ਹੈ, ਕੱਲ੍ਹ ਨੂੰ ਫੂਡ ਪ੍ਰੋਬਲਮ ਖੜੀ ਹੋ ਸਕਦੀ ਹੈ। ਇਸ ਚੀਜ਼ ਨੂੰ ਵੀ ਆਪਾਂ ਧਿਆਨ 'ਚ ਰੱਖੀਏ ਕਿ ਖੇਤੀਬਾੜੀ ਵਾਸਤੇ ਜਿਹੜੀ ਜ਼ਮੀਨ ਹੈ, ਉਪਜਾਊ ਜ਼ਮੀਨ ਹੈ, ਕਮ ਸੇ ਕਮ ਉਹਨੂੰ ਬਚਾਈਏ ਇਹਨਾਂ ਕਲੋਨੀਆਂ ਬਚਣ ਤੋਂ। ਅਸੀਂ ਇਹ ਵੀ ਜ਼ਿਆਦਾ ਸੋਚ ਸਕਦੇ, ਕਿਉਂਕਿ ਹਰ ਥਾਂ ਦੇ ਉੱਤੇ ਵਾਕਈ ਮੈਨੂੰ ਲੱਗਦਾ ਹੁਣ ਫਿਰ ਆਪਾਂ ਅਗਲੀ ਖਬਰ ਵੀ ਲੈ ਲਈਏ। ਜਾਂ ਹਰ ਥਾਂ ਦੇ ਉੱਤੇ ਰਿਸਰਚ ਦੀ ਲੋੜ ਪੈਂਦੀ ਹੈ। ਅਗਲੀ ਖਬਰ ਹੈ ਜੀ ਕਿ ਜਿਹੜੇ ਆ PR ਲੈਂਦੇ ਨੇ, ਵਿਦੇਸ਼ਾਂ 'ਚ ਚਲੇ ਜਾਂਦੇ ਨੇ ਸਾਡੇ ਆਫੀਸਰ ਸਾਹਿਬਾਨ, ਜੋ ਸਰਕਾਰੀ ਨੌਕਰੀਆਂ ਵਿੱਚ ਵੀ ਨੇ, ਘਪਲੇ ਕਰਦੇ ਨੇ, ਫਿਰ ਜਾ ਕੇ PR ਲੁੱਕ ਛਿਪ ਕੇ ਲਿੱਤੀ ਹੁੰਦੀ, ਫਿਰ ਜਾ ਕੇ ਉੱਥੇ ਬਹਿ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ। ਫਿਰ ਕਿਸ ਲਾਅ ਦੇ ਅੰਡਰ ਉਹਨਾਂ ਨੂੰ ਇੱਥੇ ਮੰਗਵਾਇਆ ਜਾਏ, ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਜਿਹੜਾ ਸਟੇਟ ਨੂੰ ਘਾਟਾ ਪਿਆ ਘਪਲੇ ਹੋਏ, ਹੁਣ ਜਿਹੜਾ ਮੁਲਜ਼ਮ ਹੈ ਉਹ ਵੀ ਬਾਹਰ ਚਲਾ ਗਿਆ, ਆਪਣੀ ਫੈਮਿਲੀ ਨੂੰ ਵੀ ਲੈ ਜਾਂਦੇ ਨੇ। ਨੀਰਵ ਮੋਦੀ ਸਾਹਿਬ ਵੀ ਬਾਹਰ ਬੈਠੇ ਨੇ ਸਾਡੇ ਸਾਹਿਬ, ਮੈਂ ਇਸ ਕਰਕੇ ਕਹਿੰਦਾ ਵੱਡੇ ਬੰਦੇ ਨੇ, ਵੱਡੀਆਂ ਗੱਲਾਂ। ਔਰ ਵਿਜੇ ਮਾਲੇ ਸਾਹਿਬ ਵੀ ਬਾਹਰ ਬੈਠੇ ਨੇ। ਨਹੀਂ, ਸਾਹਿਬ ਕਹਿਣਾ ਨਹੀਂ ਚਾਹੀਦਾ ਵੈਸੇ, ਤੁਹਾਨੂੰ ਮੈਨੂੰ ਲੱਗਦਾ ਕਿ ਇਸ ਕੁਰਸੀ ਦੇ ਉੱਤੇ ਬੈਠ ਕੇ ਤਾਂ ਸੰਜੀਵ ਜੀ ਬਿਲਕੁਲ ਵੱਡੇ ਬੰਦੇ ਨੇ, ਵੱਡੇ ਲੋਕ ਨੇ ਨਾ, ਵੱਡੇ ਕਪੜੇ ਕਰਨ ਵਾਲੇ। ਚਾਹੇ ਦੇਖੋ ਜੇ ਅਸੀਂ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਫਿਰ ਕੀ ਤੁਸੀਂ ਮੇਰਾ ਤੰਜ਼ ਨਹੀਂ ਸਮਝ ਰਹੇ, ਮੈਂ ਸਟਾਇਰ ਮਾਰਦਾ ਪਿਆ, ਮੈਂ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕਿ ਵੱਡੇ ਲੋਕ ਜੋ ਮਰਜ਼ੀ ਕਹਿ ਲਓ, ਉਹਨਾਂ ਨੂੰ ਪੂਰੀ ਸਟੇਟ ਸ਼ਰਮਿੰਦਾ ਕਰ ਰਹੀ ਹੈ, ਉਹ ਨਹੀਂ ਹੋ ਰਹੇ। ਚਲੋ ਉਹਨਾਂ ਅੱਗੇ ਵਧਦੇ ਆਪਾਂ ਜੀ। ਦੇਖੋ
ਐਕਸਟਰਾ ਜਿਹਨੂੰ ਅਸੀਂ ਕਹਿੰਦੇ ਆ ਐਕਸਟ੍ਰਾਡੀਸ਼ਨ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦੀ ਕਸਟਡੀ ਲੈ ਲੈਣ। ਕਸਟਡੀ ਲੈਣੀ, ਕਸਟਡੀ ਜਿਹੜੀ ਹੈ ਬੜੇ ਮਾਮੂਲੜੇ ਜਿਹੇ ਲਾਅ ਨੇ ਸਾਡੇ, ਕਿਉਂਕਿ ਇਸ ਕਰਕੇ ਵੀ ਕਹਿ ਸਕਦੇ ਕਿਉਂਕਿ ਅਸੀਂ ਡਿਵੈਲਪਿੰਗ ਕੰਟਰੀ ਨੇਸ਼ਨਸ, ਡਿਵੈਲਪਿੰਗ ਨੇਸ਼ਨ ਨੂੰ ਕੰਸੀਡਰੇਬਲੀ ਉੱਥੋਂ ਲੈ ਕੇ ਬੰਦਾ ਆਉਣਾ ਬਹੁਤ ਔਖਾ ਹੁੰਦਾ। ਜੀ ਜੀ ਜੀ। ਹਾਲਾਂਕਿ ਸਾਡੇ ਅਮਰੀਕਾ ਕੈਨੇਡਾ ਦੇ ਨਾਲ ਬੜੇ ਚੰਗੇ ਸੰਬੰਧ ਆ, ਜੇ ਗਵਰਨਮੈਂਟ ਚਾਹਵੇ ਤੇ ਇਹਨਾਂ ਦੇ ਨਾਲ ਜਿਹੜੀ ਸੈਂਟਰ ਗਵਰਨਮੈਂਟ ਜੇ ਚਾਹਵੇ ਤਾਂ ਇਹਨਾਂ ਦੇ ਲਈ ਇੱਕ ਲਾਅ ਬਣ ਸਕਦਾ। ਪਰ ਉਹ ਕਹਿੰਦੇ ਨਾ ਕਿ ਚੋਰ ਮੋਹਰੀਆਂ ਅਸੀਂ ਆਪ ਹੀ ਰੱਖਿਆ ਹੁੰਦਾ, ਕਿਉਂਕਿ ਕੱਲ ਨੂੰ ਅਸੀਂ ਨਿਕਲਣਾ ਹੁੰਦਾ ਇਹਦੇ ਚੋਂ। ਸੋ ਇਹ ਕਿਤੇ ਨਾ ਕਿਤੇ ਤਰੀਕਾ ਜਿਹੜਾ ਨਾ ਉਹ ਚੰਗਾ ਨਹੀਂ ਹੈਗਾ। ਮੈਂ ਪਹਿਲਾਂ ਵੀ ਬੜੀ ਵਾਰੀ ਗੱਲ ਕਰਦਾ ਵੀ ਸਾਰੀਆਂ ਅਸੀਂ ਬੇਈਮਾਨੀਆਂ ਸਾਰੀਆਂ ਤਰੀਕੇ ਆਪ ਹੀ ਕਰ ਲਏ। ਪੋਲੀਟੀਕਲ ਪਾਰਟੀਆਂ ਨੂੰ ਅਸੀਂ GST ਤੋਂ ਬਾਹਰ ਕੱਢ ਦਿੱਤਾ ਵੀ ਅਸੀਂ ਦੱਸਣਾ ਹੀ ਨਹੀਂ ਸਾਡੇ ਕੋਲੇ ਕਿੰਨਾ ਚੰਦਾ ਆਇਆ, ਕਿਉਂ ਆਇਆ, ਕਿਹਨੇ ਭੇਜਿਆ, ਕਿਸ ਤਰੀਕੇ ਨਾਲ ਭੇਜਿਆ। ਅਸੀਂ ਲੂਪਹੋਲ ਤਾਂ ਆਪ ਰੱਖਦੇ ਹਾਂ, ਮਨਸ਼ਾ ਨਹੀਂ ਨਾ ਹੈਗੀ ਸਾਡੀ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇੱਕ ਨਾ ਉਹ ਪੁਰਾਣੀ ਕਹਾਵਤ ਹੈ ਕਿ ਸ਼ੇਰ ਨੂੰ ਟ੍ਰੇਨਿੰਗ ਦਿੰਦੀ ਪਈ ਸੀ ਬਿੱਲੀ, ਸਭ ਕੁਝ ਸਿਖਾਇਆ ਉਹਨੇ, ਤੇ ਸ਼ੇਰ ਨੇ ਜਦੋਂ ਸਭ ਕੁਝ ਸਿੱਖ ਲਿਆ ਕਹਿੰਦਾ ਮਾਸੀ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਤੇਰੀ ਭੁਗਤ ਸਵਾਰਾਂ, ਕਿਉਂਕਿ ਮੈਂ ਪੂਰੀ ਟ੍ਰੇਨਿੰਗ ਲੈ ਲਈ ਆ। ਤੇ ਬਿੱਲੀ ਮਾਸੀ ਹੁੰਦੀ ਹੈ ਨਾ ਸ਼ੇਰ ਦੀ, ਤੇ ਉਹ ਮਾਸੀ ਦੇ ਜਦੋਂ ਮਗਰ ਗਿਆ ਤੇ ਮਾਸੀ ਛਾਲ ਮਾਰ ਕੇ ਉਹ ਗਈ ਕੰਧ ਦੇ ਉੱਤੇ, ਕਹਿੰਦਾ ਇਹ ਤਾਂ ਤੂੰ ਮੈਨੂੰ ਸਿਖਾਇਆ ਹੀ ਨਹੀਂ। ਤੇ ਕਹਿੰਦੇ ਫਿਰ ਮੈਂ ਕਿਵੇਂ ਬਚਣਾ ਸੀ ਜੇ ਸਭ ਕੁਝ ਤੈਨੂੰ ਸਿਖਾ ਦਿੰਦੀ। ਵਾਕਈ ਹੁਣ ਉਹ ਛਾਲ ਮਾਰਨ ਵਾਲੀ ਜਿਹੜੀ ਸਕੀਮ ਹੈ ਨਾ ਉਹਨਾਂ ਨੇ ਰੱਖਣੀ ਹੁੰਦੀ ਆਪਣੇ ਕੋਲ, ਕਿਉਂਕਿ ਨਿਕਲਣਾ ਵੀ ਹੁੰਦਾ ਨਾ ਉਹਨਾਂ ਨੇ। ਜੀ ਮੈਨੂੰ ਲੱਗਦਾ ਆਪਾਂ ਵੀ ਹੁਣ ਛਾਲ ਮਾਰ ਲਈ, ਕਿਉਂਕਿ ਸਮਾਂ ਇੱਕ ਜਾਂਦੇ ਜਾਂਦੇ ਇੱਕ ਗੱਲ ਬਹੁਤ ਜ਼ਰੂਰੀ ਆ ਕਿ ਜਿਹੜੇ ਨਾ ਇਹ ਜੇਲ੍ਹਾਂ ਦੇ ਵਿੱਚ ਸੁਧਾਰ ਕਰ ਆਪਾਂ ਕਹਿੰਦੇ ਆ ਨਾ, ਉੱਥੇ ਹੁਣ ਸਕੂਲ ਖੋਲ੍ਹਣ ਦੀ ਇੱਕ ਪਾਲਿਸੀ ਬਣਦੀ ਪਈ ਆ। ਤੇ ਜਿਹੜੇ ਜੇਲ੍ਹਾਂ ਦੇ ਵਿੱਚ ਹੀ ਗ੍ਰੈਜੂਏਟਸ ਕਈ ਹੈਗੇ ਨੇ ਜਿਹੜੇ ਸਜ਼ਾ ਭੁਗਤਦੇ ਪਏ ਨੇ, ਉਹ ਉਹਨਾਂ ਕੈਦੀਆਂ ਨੂੰ ਪੜ੍ਹਾਉਣਗੇ ਜਿਹੜੇ ਅਨਪੜ੍ਹ ਨੇ, ਕਿਉਂਕਿ ਕੈਦੀ ਚਾਹੁੰਦੇ ਨੇ ਕਿ ਸਾਡੇ ਜੀਵਨ 'ਚ ਪਰਿਵਰਤਨ ਆਵੇ, ਤਾਂ ਸਿੱਖਿਆ ਉਸ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ ਹੋ ਸਕਦਾ। ਵਾਕਈ ਕਹਿੰਦੇ ਜਿਹਨੂੰ ਗਿਆਨ ਜੇ ਕਿਸੇ ਨੂੰ ਦਾਨ ਦੇਣਾ ਤਾਂ ਸਿੱਖਿਆ ਦਾਨ ਦਿਓ, ਕਿਉਂਕਿ ਸਾਰੀ ਉਮਰ ਉਹਦੇ ਨਾਲ ਰਹਿੰਦੀ ਆ। ਬਿਲਕੁਲ ਜੇ ਇੱਦਾਂ ਹੋਵੇ ਤਾਂ ਬਿਲਕੁਲ ਮੇਨ ਸਟਰੀਮ ਦੇ ਵਿੱਚ ਲਿਆਇਆ ਜਾ ਸਕਦਾ। ਫਿਲਹਾਲ ਅਸੀਂ ਚੱਲਦੇ ਹਾਂ, ਕਿਉਂਕਿ ਜਾਂਦਿਆਂ ਦੇ ਇਹ ਕਹਾਂਗੇ ਕਿ ਜੇ ਤੁਸੀਂ ਚੰਗੇ ਇਨਸਾਨ ਬਣਨਾ ਆ ਜਾਂ ਕਹਿ ਲਈਏ ਕਿ ਜ਼ਿੰਮੇਵਾਰ ਇਨਸਾਨ ਬਣਨਾ, ਤਾਂ ਉਹਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਆ, ਤਾਂ ਜੋ ਤੁਹਾਨੂੰ ਸਵਾਲ ਦੇ ਜਵਾਬ ਪਤਾ ਹੋਣ ਤਾਂ ਤੁਸੀਂ ਸਵਾਲ ਕਰ ਸਕੋ। ਫਿਲਹਾਲ ਮੈਨੂੰ ਤਾਂ ਸੰਜੀਵ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।